ਹੁਣ ਟਰੱਕ ਚਲਾਉਣਾ ਸਿੱਖ ਕੇ ਕਰੋ ਕਮਾਈਆਂ। 2020 CDL ਡਰਾਈਵਿੰਗ ਸਕੂਲ ਫਰੈਡਰਿਕਸਬਰਗ ਵਰਜੀਨੀਆ ਵਿਖੇ, ਜਿੱਥੇ CDL ਕਲਾਸ A, B ਤੇ P ਦੀ ਟ੍ਰੇਨਿੰਗ ਕਾਰਸ, ਬੱਸਿਸ, ਬਾਕਸ ਟਰੱਕ, ਕਮਰਸ਼ੀਅਲ ਟਰੈਕਟਰ ਟ੍ਰੇਲਰ ਵੀ ਚਲਾਉਣੇ ਸਿਖਾਏ ਜਾਂਦੇ ਨੇ। ਇੱਥੇ ਨਾ ਸਿਰਫ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਤੇ ਸਪੈਨਿਸ਼ ਵਿੱਚ ਗੱਲਬਾਤ ਕਰਨ ਦੀ ਸਹੂਲਤ ਹੈ, ਸਗੋਂ ਰਿਹਾਇਸ਼ ਦਾ ਵੀ ਪ੍ਰਬੰਧ ਹੈ। ਅੱਜ ਹੀ ਸੰਪਰਕ ਕਰੋ ਸਨੀ ਨੂੰ 540 656 0985 ਤੇ। ਸ਼ਮਾਦਾਨ ਰੇਡੀਓ ਪੰਜਾਬ ਟੁਡੇ ਸੁਣਨ ਵਾਲੇ तमाम ਸਰੋਤਿਆਂ ਨੂੰ ਮੇਰੇ ਵੱਲੋਂ ਸਰਦਾਰ ਬਖਤੌਰ ਸਿੰਘ ਢਿੱਲੋਂ, ਸ਼ਿਵਿੰਦਰ ਜੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ਾਮਦੀਦ। ਅੱਜ ਦਿਨ ਹੈ ਜੀ ਵੀਰਵਾਰ, ਤਰੀਕ ਹੈ 23 ਦਸੰਬਰ ਤੇ ਸਮਾਂ ਸ਼ਾਮ ਦੇ 6:30 ਦਾ। ਤੁਸੀਂ ਇਸ ਵਕਤ ਸਾਡੇ ਨਾਲ ਰੇਡੀਓ ਪੰਜਾਬ ਟੁਡੇ ਦੇ ਬਠਿੰਡਾ ਸਟੂਡੀਓ ਤੋਂ ਜੁੜੇ ਹੋਏ ਹੋ। ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜੀ ਜਗਜੀਤ ਸਿੰਘ ਲੰਡਨ ਵੱਲੋਂ ਤੇ ਪਿੰਡ ਭੈਣੀ ਵੜਿੰਗਾ, ਜ਼ਿਲ੍ਹਾ ਲੁਧਿਆਣਾ ਦੇ ਸਾਡੇ ਲਿਸਨਰਸ ਵੱਲੋਂ, ਵਾਸ਼ਿੰਗਟਨ ਫਰੇਟ ਸਰਵਿਸ ਸ਼ੈਟਲ ਵੱਲੋਂ ਜੋ ਓਨਰ, ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੇ ਨੇ, ਪੰਜਾਬੀ ਤੇ ਇੰਗਲਿਸ਼ 'ਚ ਡਿਸਪੈਚ ਕਰਦੇ ਨੇ, ਗੁਰਿੰਦਰ ਧਾਲੀਵਾਲ ਹੋਰਾਂ ਨਾਲ 2063544060, ਜਗਦੇਵ ਸੰਧੂ ਹੋਰਾਂ ਨਾਲ 2532666924। ਇਸ ਤੋਂ ਇਲਾਵਾ ਲੌਸਟ ਹਿਲ ਟਰੈਵਲ ਸੈਂਟਰ ਵਾਲੇ ਬਲਵੀਰ ਸਿੰਘ ਉਸਮਾਨਪੁਰ, ਜਗਰੂਪ ਸਿੰਘ ਸ਼ੈਟਲ ਤੋਂ ਤੇ ਲਖਵਿੰਦਰ ਸਿੰਘ ਨਿਊਯਾਰਕ ਤੋਂ ਇਲਾਵਾ ਭਰਪੂਰ ਸਿੰਘ ਮੱਲਾ ਜਿਹੜੇ ਨੇ ਬੇਕਰਸਫੀਲਡ ਤੋਂ ਹਮੇਸ਼ਾ ਹੀ ਸਾਡੇ ਰੇਡੀਓ ਪੰਜਾਬ ਟੁਡੇ ਨੂੰ ਸਪੋਰਟ ਕਰਦੇ ਰਹਿੰਦੇ ਨੇ। ਸੋ ਸਰਦਾਰ ਬਖਤੌਰ ਸਿੰਘ ਢਿੱਲੋਂ ਉਹਨਾਂ ਦੇ ਨਾਲ ਅੱਗੇ ਗੱਲਬਾਤ ਕਰਨ ਤੋਂ ਪਹਿਲਾਂ ਕੁਝ ਵਪਾਰਕ ਸੁਨੇਹੇ ਤੇ ਫਿਰ ਹਾਜ਼ਰ ਹੋਣੇ। ਕਿ ਕਰੋ ਕਮਾਈਆਂ। 2020 CDL ਡਰਾਈਵਿੰਗ ਸਕੂਲ ਫਰੈਡਰਿਕਸਬਰਗ ਵਰਜੀਨੀਆ ਵਿਖੇ, ਜਿੱਥੇ CDL ਕਲਾਸ A, B ਤੇ P ਦੀ ਟ੍ਰੇਨਿੰਗ ਕਾਰਸ, ਬੱਸਿਸ, ਬਾਕਸ ਟਰੱਕ, ਕਮਰਸ਼ੀਅਲ ਟਰੈਕਟਰ ਟ੍ਰੇਲਰ ਵੀ ਚਲਾਉਣੇ ਸਿਖਾਏ ਜਾਂਦੇ ਨੇ। ਇੱਥੇ ਨਾ ਸਿਰਫ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਤੇ ਸਪੈਨਿਸ਼ ਵਿੱਚ ਗੱਲਬਾਤ ਕਰਨ ਦੀ ਸਹੂਲਤ ਹੈ, ਸਗੋਂ ਰਿਹਾਇਸ਼ ਦਾ ਵੀ ਪ੍ਰਬੰਧ ਹੈ। ਅੱਜ ਹੀ ਸੰਪਰਕ ਕਰੋ ਸਨੀ ਨੂੰ 540 656 0985 ਤੇ। ਜੀ ਹਾਂ, ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ ਵਿਨੀਪੈਗ ਕੈਨੇਡਾ, ਜਿਹੜੇ ਹਰ ਤਰ੍ਹਾਂ ਦੀ ਮੇਜਰ ਤੇ ਮਾਈਨਰ ਟਰੱਕ ਐਂਡ ਟ੍ਰੇਲਰ ਰਿਪੇਅਰ ਕਰਦੇ हैं, DOT ਸੇਫਟੀ ਇੰਸਪੈਕਸ਼ਨਸ ਕਰਦੇ हैं। ਇਹ ਹਰ ਤਰ੍ਹਾਂ ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ, ਟਾਇਰ ਇੰਸਟਾਲੇਸ਼ਨ, ਇਲੈਕਟ੍ਰਿਕ ਐਂਡ ਡਾਇਗਨੋਸ, ਰੀਬਿਲਡ, ਟਰਾਂਸਮਿਸ਼ਨ, ਡਿਫਰੈਂਸ਼ੀਅਲ ਤੇ ਕਲਚ ਜੌਬਸ, ਆਇਲ ਚੇਂਜ, ਹਰ ਇੱਕ ਕੰਮ ਬੜੀ ਤਸੱਲੀ ਨਾਲ ਕਰਦੇ हैं जी। ਇਹ MPI ਅਪਰੂਵਡ ਨੇ ਔਰ ਹਾਂ, ਇਹ ਸੀਜ਼ਨਲ ਸਰਵਿਸਿਜ਼ ਵੀ ਪ੍ਰੋਵਾਈਡ ਕਰਦੇ हैं। 24 ਘੰਟੇ 7 ਦਿਨ ਦੀ ਸਰਵਿਸਿਜ਼ ਲਈ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ 204-459-2000 ਜਾਂ ਫਿਰ ਕਾਲ ਕਰੋ 204-777-0460। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360-652-6066 ਯਾਨੀ 360652-6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲੌਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲੌਸਟ ਹਿਲਸ। ਫੋਨ ਨੰਬਰ 6017972354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ, ਅਲਬਰਟਾ, ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾਂ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ, ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 4034049501 4034049501। ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ, ਅਲਬਰਟਾ, ਕੈਨੇਡਾ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਸ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556002064 ਅਤੇ 8556002071।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਸੀਂ ਇਸ ਵਕਤ ਰੇਡੀਓ ਪੰਜਾਬ ਟੁਡੇ ਦੇ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਜੁੜੇ ਹੋਏ ਹੋ। ਵਾਸ਼ਿੰਗਟਨ ਫਰੇਟ ਸਰਵਿਸ ਜਿਹੜੀ ਸ਼ੈਟਲ ਏਰੀਆ ਦੇ ਵਿੱਚ ਓਨਰ ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ ਲੋਕਲ ਏਰੀਆ ਜੌਬ ਦੇ ਲਈ। ਗੁਰਵਿੰਦਰ ਸਿੰਘ ਢਾਲੀਵਾਲ ਨੂੰ 2063544060 ਤੇ ਜਗਦੇਵ ਸੰਧੂ ਹੋਰਾਂ ਨੂੰ 2532666924 ਤੇ ਕਾਲ ਕਰ ਸਕਦੇ ਹੋ। ਢਿੱਲੋਂ ਸਾਹਿਬ, ਮੈਂ ਬੜਾ ਹੈਰਾਨ ਹੁੰਦਾ ਕਿ ਜਦੋਂ ਕਈ ਵਾਰੀ ਇਹੋ ਜਿਹੇ ਬਿਆਨ ਆਉਂਦੇ ਆ ਵੀ ਕੌਮ ਖਤਰੇ 'ਚ, ਸਿੱਖ ਪੰਥ ਖਤਰੇ 'ਚ, ਪੰਥਕ ਏਕਤਾ ਦੀ ਬੜੀ ਲੋੜ ਹੈ। ਇਹ ਕਿਹਦੇ ਲਈ ਲੋੜ ਹੈ, ਕਿਹਨੇ ਕਿਹਾ ਹੈ? ਵੈਸੇ ਤਾਂ ਬਿਆਨ ਤਾਂ ਅਕਸਰ ਸਿਆਸਤਦਾਨਾਂ ਤੋਂ ਆਉਂਦੇ ਸੀ, ਹੁਣ ਕਹਿੰਦੇ ਟਾਕਰਾ ਕਰਨਾ ਹੈ ਇਸ ਦੇ ਲਈ। ਦੇਖੋ, ਇਹ ਬਿਆਨ ਜਿਹੜਾ ਹੈਗਾ ਕਿਸੇ ਹੋਰ ਦਾ ਨਹੀਂ ਜੀ, ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਭਾਈ ਹਰਪ੍ਰੀਤ ਸਿੰਘ ਹੋਰਾਂ ਦਾ। ਭਾਈ ਹਰਪ੍ਰੀਤ ਸਿੰਘ ਹੋਰਾਂ ਨੇ ਇਹ ਮਹਿਸੂਸ ਕੀਤਾ ਹੈ ਜੀ, ਜੋ ਉਹਨਾਂ ਦੇ ਲਫ਼ਜ਼ਾਂ ਦੇ ਮੁਤਾਬਕ ਆਪਾਂ ਦੇਖਦੇ ਹਾਂ, ਜੋ ਗੱਲ ਕਹਿੰਦੇ ਹੈ ਕਿ ਪੰਥ ਇਸ ਵੇਲੇ ਖਤਰੇ 'ਚ ਹੈ ਤੇ ਪੰਥਕ ਏਕਤਾ ਦੀ ਲੋੜ ਆ। ਟਾਕਰਾ ਮਿਲ ਕੇ ਕੀਤਾ ਜਾਵੇ ਮੁਸੀਬਤ ਦਾ। ਜੀ, ਮੁਸੀਬਤ ਕੀ ਹੈ? ਮੁਸੀਬਤ ਜੇ ਅਸੀਂ ਦੇਖੀਏ ਤਾਂ ਪੰਥ ਨੂੰ ਦਰਪੇਸ਼ ਹੈ ਡੇਰਾਬਾਦ ਤੋਂ। ਜੀ, ਜੇ ਮੁਸੀਬਤ ਅਸੀਂ ਦੇਖੀਏ ਤਾਂ ਮੁਸੀਬਤ ਸਾਨੂੰ ਜਿਹੜੀ ਅੰਦਰੋਂ ਘੁਣ ਵਾਂਗੂ ਅਸੀਂ ਪੰਥਕ ਰਵਾਇਤਾਂ ਨੂੰ ਖਾ ਰਹੇ ਹਾਂ ਉਹਦੇ ਤੋਂ ਹੈ। ਜੀ, ਪਰ ਜਥੇਦਾਰ ਸਾਹਿਬ ਨੇ ਇਸ ਮੌਕੇ ਦੇ ਉੱਤੇ ਜਿਹੜੀ ਇਹ ਸਟੇਟਮੈਂਟ ਦਿੱਤੀ ਹੈ, ਅਖਬਾਰਾਂ ਦੇ ਵਿੱਚ ਪ੍ਰਮੁੱਖਤਾ ਨਾਲ ਛਪੀ ਹੈ, ਇਹਦਾ ਸਮਾਂ ਤੇ ਸਥਾਨ ਦੇਖਣਾ ਪੈਣਾ ਹੈ। ਜੀ, ਪਿਛਲੇ ਸਮੇਂ ਦੇ ਵਿੱਚ ਕੁਝ ਘਟਨਾਵਾਂ ਵਾਪਰੀਆਂ। ਇੱਕ ਦਰਬਾਰ ਸਾਹਿਬ ਦੇ ਅੰਦਰ ਇੱਕ ਬੰਦਾ ਦਾਖਲ ਹੋਇਆ। ਜੀ, ਉਹਨੇ ਅੰਦਰ ਦਾਖਲ ਹੋ ਕੇ ਬਿਲਕੁਲ ਜੰਗਲਾ ਸਾਹਿਬ ਟੱਪ ਕੇ ਜੀ, ਉੱਥੋਂ ਉਹਨੇ ਸ੍ਰੀ ਸਾਹਿਬ ਚੁੱਕੀ ਹੈ। ਇਹ ਤੋਂ ਪਹਿਲਾਂ ਕਿ ਉਹ ਸ੍ਰੀ ਸਾਹਿਬ ਨੂੰ ਮਿਆਨ ਚੋਂ ਕੱਢਦਾ, ਜੀ, ਸੇਵਾਦਾਰਾਂ ਨੇ ਉਹਨੂੰ ਕਾਬੂ ਕਰ ਲਿਆ। ਕਾਬੂ ਕਰਨ ਤੋਂ ਬਾਅਦ ਉਹਦੀ ਕੁੱਟ-ਕਟਾਪਾ ਕਰਦੇ ਬਾਹਰ ਲੈ ਆਂਦੇ ਜੀ, ਤੇ ਬਾਹਰ ਲਿਆ ਕੇ ਉਸ ਬੰਦੇ ਨੂੰ ਬਹੁਤ ਬੁਰੀ ਤਰ੍ਹਾਂ ਕੁਟਾਪਾ ਚਾੜਿਆ। ਉਹ ਬੰਦੇ ਦੀ ਮੌਤ ਹੋ ਗਈ। 72 ਘੰਟੇ ਉਸ ਬੰਦੇ ਨੂੰ ਰੱਖਿਆ ਗਿਆ, ਉਹਦੀ ਪਛਾਣ ਕੀਤੀ ਜਾਵੇ ਕਿ ਕੌਣ ਹੈ, ਲੇਕਿਨ ਉਹਦੀ ਪਛਾਣ ਨਹੀਂ ਹੋਈ। ਕੱਲ੍ਹ ਉਹਦਾ ਪੋਸਟਮਾਰਟਮ ਹੋਇਆ ਤੇ ਪੋਸਟਮਾਰਟਮ ਤੋਂ ਬਾਅਦ ਉਹਦਾ ਸੰਸਕਾਰ ਹੋ ਗਿਆ। ਜੀ, ਕਮਾਲ ਦੀ ਗੱਲ ਹੈ ਕਿ ਸਾਡੇ ਗ੍ਰਹਿ ਮੰਤਰੀ ਸਾਹਿਬ ਸੁਖਜਿੰਦਰ ਸਿੰਘ ਰੰਧਾਵਾ ਨੇ ਜੀ, ਪੁਲਿਸ ਨੂੰ ਹਦਾਇਤਾਂ ਦਿੱਤੀਆਂ ਸੀ ਕਿ 48 ਘੰਟਿਆਂ ਦੇ ਵਿੱਚ 2 ਦਿਨਾਂ ਦੇ ਵਿੱਚ ਸਟੇਟਸ ਰਿਪੋਰਟ ਪੇਸ਼ ਕੀਤੀ ਜਾਵੇ। ਹੁਣ ਤੱਕ ਪੁਲਿਸ ਇਹ ਥਹੁ ਪਤਾ ਨਹੀਂ ਲਾ ਸਕੀ ਕਿ ਉਹ ਬੰਦਾ ਕੌਣ ਹੈ। ਜੀ, ਕਹਿੰਦੇ ਆ ਉਹਦੇ ਉਂਗਲਾਂ ਦੇ ਨਿਸ਼ਾਨ ਵਗੈਰਾ ਲਏ ਗਏ, ਬਾਇਓਮੈਟ੍ਰਿਕ ਹਿਸਾਬ ਕਿਤਾਬ ਕੀਤਾ, ਕਹਿੰਦੇ ਗੱਲ ਕੋਈ ਬਣੀ ਨਹੀਂ। ਜੀ, ਔਰ ਇਹ ਤੋਂ ਬਾਅਦ ਕੁਛ ਇਹਦੇ ਤੇ ਸਟੇਟਮੈਂਟਸ ਵੀ ਆਉਣ ਲੱਗੀਆਂ ਪੋਲੀਟੀਕਲ ਬੰਦਿਆਂ ਦੀਆਂ ਵੀ। ਜੀ, ਜੀ, ਸੋਸ਼ਲ ਮੀਡੀਆ ਦੇ ਉੱਤੇ ਚਰਚਾ ਪਹਿਲਾਂ ਹੀ ਕਾਫੀ ਸੀ ਕਿ ਅਜਿਹਾ ਜਿਹੜਾ ਕੀਤਾ ਗਿਆ ਉਹ ਕਾਲਪੁਰਜਾ ਕੀਤਾ ਗਿਆ। ਜੀ, ਉਸ ਬੰਦੇ ਨੂੰ ਪ੍ਰੋਪਰਲੀ ਜਿਹੜਾ ਹੈ ਇੰਟਰੋਗੇਟ ਕਰਨਾ ਚਾਹੀਦਾ ਸੀ, ਉਹਨੂੰ ਮਾਰਨਾ ਨਹੀਂ ਚਾਹੀਦਾ ਸੀ। ਉਹਨੂੰ ਚਾਹੀਦਾ ਇਹ ਸੀ ਕਿ ਪਹਿਲਾਂ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਆਪਣੇ ਪੱਧਰ ਤੇ ਟਾਸਕ ਫੋਰਸ ਸੀ, ਮੀਡੀਆ ਕਰਮੀਆਂ ਨੂੰ ਬੁਲਾਇਆ ਜਾ ਸਕਦਾ ਸੀ, ਪੁਲਿਸ ਨੂੰ ਵੀ ਬੁਲਾਇਆ ਜਾ ਸਕਦਾ ਸੀ। ਪੁਲਿਸ ਦੇ ਹੈਂਡਓਵਰ ਕਰਦੇ ਵੀ ਇਹਨੂੰ ਪੁੱਛੋ ਵੀ ਕੀ ਕੁਛ ਹੈ। ਅੰਦਰੀ ਕੰਪਲੈਕਸ ਦੇ ਅੰਦਰ ਹੀ ਸਾਰਾ ਕੁਛ ਪੁੱਛ ਲੈਂਦੇ, ਪੁਲਿਸ ਨੂੰ ਬਾਹਰ ਦੇਣ ਦੀ ਲੋੜ ਨਹੀਂ। ਕਿਉਂਕਿ ਆਮ ਤੌਰ ਦੇ ਉੱਤੇ ਪ੍ਰਭਾਵ ਬਣਿਆ ਹੋਇਆ ਕਿ ਜੇ ਅਸੀਂ ਪੁਲਿਸ ਦੇ ਹਵਾਲੇ ਕਰਦੇ ਹਾਂ ਤਾਂ ਪੁਲਿਸ ਵਾਲੇ ਕਹਿ ਦਿੰਦੇ ਆ ਜੀ ਇਹ ਤਾਂ ਮੰਦਬੁੱਧੀ ਵਾਲਾ ਸੀ। ਬਿਲਕੁਲ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਸੁਖਬੀਰ ਸਿੰਘ ਬਾਦਲ ਇਸ ਗੱਲ ਨੂੰ ਪ੍ਰੈਸ ਕਾਨਫਰੰਸ 'ਤੇ ਬੜਾ ਉਜਾਗਰ ਕਰ ਰਿਹਾ। ਕਹਿੰਦੇ ਜੀ ਦੇਖੋ, ਪੁਲਿਸ ਕਰਦੀ ਕੁਛ ਨਹੀਂ। ਅਸੀਂ ਕਹਿੰਦੇ SGPC ਨੇ ਫੜ ਕੇ ਜਦੋਂ ਕੇਸਗੜ੍ਹ ਸਾਹਿਬ ਹੋਇਆ ਤੇ ਪੁਲਿਸ ਨੇ ਤਾਂ ਕਹਿੰਦੇ ਪੁੱਛਿਆ ਹੀ ਨਹੀਂ, ਜੇਲ੍ਹ ਭੇਜਤਾ। ਕਹਿੰਦੇ ਇਹ ਤਾਂ ਕਹਿੰਦੇ ਜਿਹੜਾ ਹਰਮੰਦਰ ਸਾਹਿਬ ਕਰਾਇਆ, ਕਹਿੰਦੇ ਇਹ ਤਾਂ ਪਹਿਲਾਂ ਕਾਂਗਰਸ ਨੇ ਕਹਿੰਦਾ ਟੈਂਕ ਝਾੜ ਕੇ ਬੇਅਦਬੀ ਕੀਤੀ ਸੀ, ਹੁਣ ਕਹਿੰਦੇ ਬੰਦਾ ਭੇਜ ਕੇ ਬੇਅਦਬੀ ਕਰਾਤੀ। ਇਹ ਬੇਅਦਬੀ ਤਾਂ ਕਰਾਤੀ, ਉਹਨੂੰ ਮਾਰਿਆ ਕੀ ਨਹੀਂ? ਆਹੀ ਤਾਂ ਸਵਾਲ ਹੈ। ਸਵਾਲ ਤਾਂ ਇਹ ਹੈ ਨਾ ਕਿ ਉਹਨਾਂ ਨੇ ਬੰਦਾ ਭੇਜਤਾ, ਬੇਅਦਬੀ ਕਰਵਾਤੀ, ਬੇਅਦਬੀ ਦੀ ਤਹਿ ਤੱਕ ਪਹੁੰਚਣ ਵਾਸਤੇ। ਹਾਂ, ਉਹ ਤਾਂ ਫਿਰ ਮੁੱਦਾ ਹੀ ਤੁਹਾਡੀ ਟਾਸਕ ਫੋਰਸ ਨੇ ਖਤਮ ਕਰਤਾ, ਮਾਮਲਾ ਹੀ ਖਤਮ ਕਰਤਾ। ਆਹੀ ਤਾਂ ਰਾਜਨੀਤੀ ਹੈ। ਹੁਣ ਜਥੇਦਾਰ ਸਾਹਿਬ ਵੀ ਇਹਨੂੰ ਕਹਿੰਦੇ ਅਸੀਂ ਬਿਲਕੁਲ ਇਹ ਮੰਨਦੇ ਆ ਇਸ ਗੱਲ ਨੂੰ ਕਿ ਬਹੁਤ ਵੱਡਾ ਅਟੈਕ ਹੈ, ਧਰਮ ਦੇ ਉੱਤੇ ਅਟੈਕ ਹੈ, ਬਹੁਤ ਮਾੜੀ ਹੈ, ਮਰਿਆਦਾ ਭੰਗ ਕੀਤੀ ਹੈ ਜੀ, ਇਹਦੇ ਤੇ ਹੋਣਾ ਚਾਹੀਦਾ ਸੀ। ਲੇਕਿਨ ਜਥੇਦਾਰ ਸਾਹਿਬ ਦਾ ਜਿਹੜਾ ਬਿਆਨ ਹੁੰਦਾ ਹੈ, ਉਸ ਬਿਆਨ ਦੇ ਆਉਣ ਤੋਂ ਬਾਅਦ ਅੱਜ ਦੀਆਂ ਅਖਬਾਰਾਂ 'ਚ ਬਿਆਨ ਛਪਦਾ ਹੈ ਤੇ ਅੱਜ ਇੱਕ ਫਿਰ ਘਟਨਾਕ੍ਰਮ ਹੋਰ ਵੀ ਵਾਪਰਿਆ ਮੇਰੇ ਖਿਆਲ।
ਕਹਿੰਦੇ ਆ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਹੋਰੀ ਸ਼ਾਇਦ ਹੋ ਗਏ ਹੀ ਸ਼ਾਮਲ ਹੋ ਗਿਆ ਜੇ ਅਕਾਲੀ ਦਲ ਦੇ ਵਿੱਚ ਹੋ ਗਏ ਸ਼ਾਇਦ ਨਹੀਂ ਹੋ ਗਏ ਜੇ ਉਹ ਹੋ ਗਏ ਹੈ ਵੱਡੇ ਬਾਦਲ ਸਾਹਿਬ ਵੀ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਜੇ ਉਹ ਹੋ ਗਏ ਹੁਣ ਸਵਾਲ ਆਹੀ ਪੈਦਾ ਹੁੰਦਾ ਆਹੀ ਗੱਲ ਆ ਨਾ ਆਹੀ ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਨੇ ਅਕਾਲੀ ਦਲ ਛੱਡਿਆ ਸੀ ਕੀ ਕਹਿ ਕੇ ਛੱਡਿਆ ਸੀ ਉਹਨਾਂ ਨੇ ਕਿਹਾ ਸੀ ਕਿ ਸੁਖਬੀਰ ਸਿੰਘ ਬਾਦਲ ਤੇ ਉਹਦਾ ਰਿਸ਼ਤੇਦਾਰ ਬਿਕਰਮ ਸਿੰਘ ਮਜੀਠੀਆ ਹਾਂ ਇਹ ਪੰਥਕ ਰਵਾਇਤਾਂ ਦੇ ਮੁਤਾਬਕ ਨਹੀਂ ਚੱਲ ਰਹੇ ਤੇ ਹੁਣ ਚੱਲ ਪਏ ਨਾਲ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਇਹਨਾਂ ਦੇ ਹੁੰਦਿਆਂ ਅਸੀਂ ਕਿਸੇ ਵੀ ਕੀਮਤ ਦੇ ਵਿੱਚ ਅਕਾਲੀ ਦਲ ਦੇ ਵਿੱਚ ਨਹੀਂ ਰਹਿ ਸਕਦੇ ਲੀਡਰਸ਼ਿਪ ਚੇਂਜ ਕਰ ਦਿਓ ਭਾਵੇਂ ਪ੍ਰਕਾਸ਼ ਸਿੰਘ ਬਾਦਲ ਆਪ ਕਮਾਂਡ ਸੰਭਾਲ ਲਵੇ ਜੀ ਬਾਹਰ ਆ ਗਏ ਸੀ ਬਾਹਰ ਆ ਕੇ ਦਾਨੇਵਾਲੀਆ ਸਭ ਕਮਾਲ ਦੀ ਗੱਲ ਤਿੰਨ ਬੰਦੇ ਬਾਹਰ ਆਏ ਸੀ ਉਦੋਂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਸੇਵਾ ਸਿੰਘ ਸੇਖਵਾਂ ਇਸ ਦੁਨੀਆ 'ਚ ਨਹੀਂ ਰਹੇ ਔਰ ਨਾਲ ਹੀ ਜਿਹੜੇ ਹੈਗੇ ਅਜਨਾਲਾ ਸਾਹਿਬ ਡਾਕਟਰ ਰਤਨ ਸਿੰਘ ਅਜਨਾਲਾ ਤਿੰਨੇ ਬੰਦੇ ਬਾਹਰ ਆਏ ਮਾਝੇ ਤੇ ਪੂਰਾ ਹਿਲਾ ਕੇ ਰੱਖਤਾ ਸੀ ਤਿੰਨਾਂ ਨੇ ਆਪੋ ਆਪਣਾ ਕੰਟਰੋਲ ਜਿਹੜਾ ਹੈਗਾ ਤਨਾਸਬ ਕਾਇਮ ਰੱਖਿਆ ਔਰ ਤਿੰਨਾਂ ਨੂੰ ਸ਼ਾਇਦ ਇੱਕ ਦੂਜੇ ਦੇ ਉੱਤੇ ਯਕੀਨ ਨਹੀਂ ਸੀ ਜਾਂ ਆਪਣੇ ਆਪ ਤੇ ਯਕੀਨ ਨਹੀਂ ਸੀ ਅੱਗੇ ਦੇਖੋ ਤਿੰਨੇ ਜਣੇ ਅਕਾਲ ਤਖਤ ਸਾਹਿਬ ਤੇ ਜਾਂਦੇ ਹੈ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਦੇ ਹੈ ਅਰਦਾਸ ਕਰਦੇ ਤੇ ਉੱਥੇ ਅਰਦਾਸ ਕਰਦੇ ਆ ਤੇ ਉੱਥੇ ਕਸਮ ਲੈਂਦੇ ਹੈ ਉੱਥੇ ਅਹਿਦ ਕਰਦੇ ਹੈ ਕਿ ਮੁੜ ਕੇ ਇਸਰਾ ਨਹੀਂ ਪੈਣਾ ਘੱਟੋ ਘੱਟ ਅਸੀਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਦੇ ਵਿੱਚ ਨਹੀਂ ਜਾਣਾ ਇਹ ਗੱਲ ਉਹਨਾਂ ਨੇ ਕਹੀ ਸੀ ਚਲੋ ਇਲੈਕਸ਼ਨਾਂ ਆ ਗਈਆਂ 2019 ਦੀਆਂ ਲੋਕ ਸਭਾ ਇਲੈਕਸ਼ਨਾਂ ਲੜੀਆਂ ਉਹਦੇ ਵਿੱਚ ਸਫਲਤਾ ਨਹੀਂ ਮਿਲੀ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਤੁਹਾਨੂੰ ਇਲੈਕਸ਼ਨਾਂ ਦੇ ਵਿੱਚ ਸਫਲਤਾ ਮਿਲ ਜੇ ਜੀ ਸਰਦਾਰ ਸਿਮਰਜੀਤ ਸਿੰਘ ਮਾਨ 4-5 ਲੱਖ ਵੋਟਾਂ ਦੇ ਫਰਕ ਨਾਲ ਜਿੱਤੇ ਸੀ ਬਿਲਕੁਲ ਇਤਿਹਾਸ ਸਿਰਜਿਆ ਸੀ ਉਹਨਾਂ ਨੇ ਬਸ ਉਹਨਾਂ ਨੇ ਇੱਕੋ ਜਿਹੜਾ ਉਹਨਾਂ ਦਾ ਸਟੈਂਡ ਸੀ ਕਿ ਮੈਂ ਤਾਂ ਜਾਊਂਗਾ ਜੇ ਮੇਰੀ ਸ੍ਰੀ ਸਾਹਿਬ ਤੁਸੀਂ ਨਹੀਂ ਲੁਹਾਓਗੇ ਪਾਰਲੀਮੈਂਟ ਜਾਣ ਤੋਂ ਇਨਕਾਰ ਕਰਤਾ ਸੀ ਉਹਨਾਂ ਦਾ ਜਿਹੜਾ ਏਜੰਡਾ ਖਾਲਿਸਤਾਨ ਹੈ ਜੀ ਉਹ ਕਹਿੰਦੇ ਪੁਰਅਮਨ ਰਹਿ ਕੇ ਖਾਲਿਸਤਾਨ ਪ੍ਰਾਪਤ ਕਰਨਾ ਹੈ ਉਹਨਾਂ ਨੇ ਆਪਣਾ ਸਟੈਂਡ ਤਬਦੀਲ ਨਹੀਂ ਕੀਤਾ ਮੈਂ ਉਹਨਾਂ ਦਾ ਕਦਰਦਾਨ ਹਾਂ ਵਿਚਾਰ ਧਾਰਕ ਤੌਰ ਤੇ ਭਾਵੇਂ ਮੈਂ ਉਹਨਾਂ ਨਾਲ ਸਹਿਮਤ ਨਹੀਂ ਪਰ ਉਹ ਸਟੈਂਡ ਦੇ ਉੱਤੇ ਜਿਹੜੀ ਉਹਨਾਂ ਦੀ ਰਾਜਨੀਤਿਕ ਕਲੈਰਿਟੀ ਹੈ ਉਹ ਇਸ ਵੇਲੇ ਸਭ ਤੋਂ ਉੱਪਰ ਜਾਂਦੀ ਹੈ ਪੰਥਕ ਸਭਾ ਦੇ ਵਿੱਚ ਜੀ ਇਹਨਾਂ ਨੇ ਅਕਾਲ ਤਖਤ ਸਾਹਿਬ ਦੇ ਉੱਤੇ ਫੈਸਲਾ ਕਰ ਲਿਆ ਸੇਵਾ ਸਿੰਘ ਸੇਖਵਾਂ ਦੀ ਆਪਾਂ ਗੱਲ ਕਰੀਏ ਉਹ ਇਸ ਦੁਨੀਆ 'ਚ ਨਹੀਂ ਰਹੇ ਜੀ ਸੇਵਾ ਸਿੰਘ ਸੇਖਵਾਂ ਨੂੰ ਪਤਾ ਲੱਗ ਗਿਆ ਕਿ ਭਾਈ ਸਾਡੀ ਗੱਲ ਨਹੀਂ ਬਣਦੀ ਉਹ ਬਿਮਾਰ ਹੋ ਗਏ ਉਹਨਾਂ ਦਾ ਕਿਸੇ ਨੇ ਪਤਾ ਨਹੀਂ ਲਿਆ ਜੀ ਚਲੋ ਅੰਦਰ ਖਾਤੇ ਗੱਲਬਾਤ ਚੱਲਦੀ ਰਹੀ ਹਰ ਬੰਦੇ ਨੂੰ ਆਪਣੀ ਔਲਾਦ ਨੂੰ ਜਿਹੜਾ ਹੈਗਾ ਸੰਤੁਸ਼ਟ ਕਰਨਾ ਜ਼ਰੂਰੀ ਹੁੰਦਾ ਹੈ ਉਹਦਾ ਭਵਿੱਖ ਬਣਾਉਣਾ ਜ਼ਰੂਰੀ ਹੁੰਦਾ ਹੈ ਬੰਦੇ ਸੋਚਦੇ ਆ ਕਿਉਂਕਿ ਪੁਰਾਣੇ ਜ਼ਮਾਨੇ ਤਾਂ ਹੈ ਨਹੀਂ ਜੀ ਕੋਈ ਜ਼ਮਾਨਾ ਹੁੰਦਾ ਸੀ ਜਦੋਂ ਅਕਾਲੀ ਲੀਡਰਾਂ ਦੇ ਹੁੰਦੇ ਸੀ ਮੈਂ ਮਰਾਂ ਪਰ ਪੰਥ ਜੀਵੇ ਹੁਣ ਉਹ ਕਹਿੰਦੇ ਵੀ ਪੰਥ ਭਾਵੇਂ ਜਿੱਥੇ ਜਾਵੇ ਪੁੱਤ ਜੀਵੇ ਪੰਥ ਭਾਵੇਂ ਢੱਠੇ ਖੂਚ ਜਾਵੇ ਹੁਣ ਉਹਨਾਂ ਦੀ ਗੱਲ ਹੈ ਚਲੋ ਮੈਂ ਕਹਿੰਦਾ ਫਿਰ ਵੀ ਸੇਵਾ ਸਿੰਘ ਇਸ ਦੁਨੀਆ 'ਚ ਨਹੀਂ ਰਹੇ ਉਹਨਾਂ ਨੇ ਜਿੱਥੇ ਉਹਨਾਂ ਨੇ ਜਿਹੜਾ ਪਰਨ ਕੀਤਾ ਸੀ ਕਿ ਮੈਂ ਬਾਦਲਪੁਰੇ ਵਾਲੇ ਰਾਹ ਨਹੀਂ ਪਾਊਂਗਾ ਉਹ ਨਹੀਂ ਪਏ ਉਹ ਆਮ ਆਦਮੀ ਪਾਰਟੀ ਚਲੇ ਗਏ ਉਹਨਾਂ ਦੇ ਮੁੰਡੇ ਨੂੰ ਟਿਕਟ ਵੀ ਮਿਲ ਗਈ ਹੈ ਰਤਨ ਸਿੰਘ ਅਜਨਾਲਾ ਹੋਰੀ ਬੋਨੀ ਅਜਨਾਲਾ ਦੇ ਦਬਾਅ 'ਚ ਆ ਗਏ ਹਾਲਾਂਕਿ ਜਦੋਂ ਬੋਨੀ ਅਜਨਾਲਾ ਦੀ ਆਪਾਂ ਗੱਲ ਕਰਦੇ ਹਾਂ ਤੇ ਬੋਨੀ ਅਜਨਾਲਾ ਦੇ ਲੰਬੇ ਜਿਹੜੇ ਹੈਗੇ ਆ ਬਿਆਨ ਅੱਜ ਵੀ ਅਖਬਾਰਾਂ ਦੇ ਵਿੱਚ ਪਏ ਹੈ ਜਦੋਂ ਉਹਨਾਂ ਦੇ ਸਾਥੀ ਨੂੰ ਮੇਰਾ ਖਿਆਲ ਬਿੱਟੂ ਔਲਖੀ ਸੀ ਇਹਨਾਂ ਦੇ ਨਾਲ ਬਿੱਟੂ ਔਲਖ ਦੀ ਇੰਟੈਰੋਗੇਸ਼ਨ ਹੋਈ ਸੀ ਉਸ ਮੁੱਦੇ ਨੂੰ ਲੈ ਕੇ ਉਹਨਾਂ ਨੇ ਬਹੁਤ ਜ਼ਿਆਦਾ ਮਜੀਠੀਏ ਦੇ ਉੱਤੇ ਨਜਲਾ ਝਾੜਿਆ ਸੀ ਕਿ ਮਜੀਠੀਏ ਦੀ ਵਜ੍ਹਾ ਕਾਰਨ ਸਾਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਲੇਕਿਨ ਜਦੋਂ ਫਿਰ ਭਵਿੱਖ ਦੀ ਗੱਲ ਦੇਖਦੇ ਆ ਤੇ ਫਿਰ ਅਜਨਾਲਾ ਸਾਹਿਬ ਵੀ ਚਲੋ ਬਿਮਾਰ ਵੀ ਸੀਗੇ ਉਮਰ ਵੱਡੀ ਸੀ ਤੇ ਫਿਰ ਬੋਨੀ ਸਾਹਿਬ ਨੇ ਵੀ ਉਧਰਲੇ ਪਾਸੇ ਚਲੇ ਗਏ ਚਲੋ ਚੁੱਪ ਕਰਕੇ ਉਹ ਹੁਣ ਜਿਹੜੀ ਇਸ ਵੇਲੇ ਦੀ ਸਥਿਤੀ ਹੈ ਕਿ ਬ੍ਰਹਮਪੁਰਾ ਸਾਹਿਬ ਜੀ ਜਿਨ੍ਹਾਂ ਨੂੰ ਸੱਚਮੁੱਚ ਮਾਝੇ ਦਾ ਜਰਨੈਲ ਕਹਿੰਦੇ ਸੀ ਉਹ ਘਰ ਆਉਣ ਵਾਸਤੇ ਫਿਰਦੇ ਸੀ ਔਰ ਇਹਦੀ ਇੱਕ ਆਪਾਂ ਜੇ ਦੇਖੀਏ ਇੱਕ ਮਿਸਾਲ ਮਿਲਦੀ ਹੈ ਜੀ ਕਿ ਅਕਾਲੀ ਦਲ ਨੇ ਲਗਭਗ ਸਾਰੀਆਂ ਸੀਟਾਂ ਡਿਕਲੇਅਰ ਕਰਤੀਆਂ ਇਹ ਨਹੀਂ ਕੀਤੀ ਸੀ ਆਪਾਂ ਗੱਲ ਵੀ ਕੀਤੀ ਸੀ ਇਹ ਨਹੀਂ ਕੀਤੀ ਸੀ ਇਹ ਨਹੀਂ ਖਡੂਰ ਸਾਹਿਬ ਵਾਲੀ ਸੀਟ ਉਹਨੇ ਡਿਕਲੇਅਰ ਨਹੀਂ ਕੀਤੀ ਸੀ ਆਪਾਂ ਕੱਲ ਪਰਸੋਂ ਹੀ ਗੱਲ ਕਰਕੇ ਬਿਲਕੁਲ ਕਿਉਂਕਿ ਅੰਦਰ ਖਾਤੇ ਗੱਲ ਚੱਲਦੀ ਸੀ ਅੰਦਰ ਖਾਤੇ ਜਾਂ ਉਮੀਦ ਸੀ ਉਦੋਂ ਪਹਿਲਾਂ ਹੀ ਉਮੀਦ ਸੀ ਵੀ ਲੈ ਆਵਾਂਗੇ ਚਲੋ ਜਦੋਂ ਅਜਨਾਲਾ ਸਾਹਿਬ ਘਰੇ ਬਹਿ ਗਏ ਸੇਖਵਾਂ ਸਾਹਿਬ ਚਲੇ ਗਏ ਦੁਨੀਆ 'ਚ ਨਹੀਂ ਰਹੇ ਤੇ ਫਿਰ ਢੀਂਡਸਾ ਸਾਹਿਬ ਹੋਰੀ ਬਾਹਰ ਆ ਗਏ ਸੀ ਅਕਾਲੀ ਦਲ 'ਚੋਂ ਢੀਂਡਸਾ ਸਾਹਿਬ ਹੋਰਾਂ ਦੇ ਨਾਲ ਮਿਲ ਕੇ ਫਿਰ ਸੰਯੁਕਤ ਅਕਾਲੀ ਦਲ ਬਣ ਗਿਆ ਸੰਯੁਕਤ ਅਕਾਲੀ ਦਲ ਹੁਣ ਕਿਸ ਪਾਸੇ ਜਾਵੇ ਇਸ ਮੁੱਦੇ ਨੂੰ ਲੈ ਕੇ ਰੌਲਾ ਪਿਆ ਵਾ ਫਿਰ ਗੱਲ ਇਹ ਆ ਗਈ ਸੀ ਕਿ ਢੀਂਡਸਾ ਸਾਹਿਬ ਤੇ ਇਲਜ਼ਾਮ ਲੱਗਿਆ ਸੀ ਸ਼ੁਰੂ ਦੇ ਵਿੱਚ ਹਕੀਕਤ ਵੀ ਹੈ ਕਿ ਢੀਂਡਸਾ ਸਾਹਿਬ ਜਦੋਂ ਅਕਾਲੀ ਦਲ 'ਚੋਂ ਬਾਹਰ ਆਏ ਹੈ ਉਹਨਾਂ ਦੀ ਗਿੱਟ ਮਿੱਟ ਹੋ ਗਈ ਸੀ ਅਮਿਤ ਸ਼ਾਹ ਨਾਲ ਜੀ ਜਾਂ ਭਾਰਤੀ ਜਨਤਾ ਪਾਰਟੀ ਵਾਲਿਆਂ ਨਾਲ ਇਹ ਗੱਲ ਕਹਿੰਦੇ ਵੀ ਅਕਾਲੀ ਦਲ ਵਾਲੇ
ਕਿ ਢੀਂਡਸਾ ਸਾਹਿਬ ਨੂੰ ਜਿਹੜਾ ਅਵਾਰਡ ਦਿੱਤਾ ਸੀ ਪਦਮ ਸ਼੍ਰੀ ਜਾਂ ਜੋ ਵੀ ਹੈ, ਉਹ ਜਿਹੜਾ ਦਿੱਤਾ ਸੀ ਉਹ ਅਕਾਲੀ ਦਲ ਦੇ ਲੀਡਰਾਂ ਨਾਲ ਗੱਲ ਕੀਤੀ ਤੇ ਬਗੈਰ ਸਿੱਧੇ ਤੌਰ ਤੇ ਦਿੱਤਾ ਸੀ। ਤੇ ਇਹਦਾ ਮਤਲਬ ਇਹ ਸੀ ਕਿ ਭਾਰਤੀ ਜਨਤਾ ਪਾਰਟੀ ਉਹਨਾਂ ਤੇ ਡੋਰੇ ਪਾ ਰਹੀ ਹੈ। ਬਾਹਰ ਆ ਗਏ। ਬਾਹਰ ਆਉਣ ਤੋਂ ਬਾਅਦ ਕਿਸਾਨ ਅੰਦੋਲਨ ਚੱਲ ਪਿਆ ਜੀ। ਕਿਸਾਨ ਅੰਦੋਲਨ ਦੇ ਚੱਲਦਿਆਂ ਜੋ ਬੀਜੇਪੀ ਦੀ ਦੁਰਗਤ ਪੰਜਾਬ ਦੇ ਵਿੱਚ ਹੋਈ ਹੈ, ਉਹਨਾਂ ਦੇ ਕੋਈ ਵੀ ਜਿਹੜੇ ਹੈਗੇ ਲੀਡਰ ਉਹ ਸ਼ਰੇਆਮ ਵਿਚਰ ਨਹੀਂ ਸਕਦੇ ਸੀ। ਇੱਥੋਂ ਤੱਕ ਜੇ ਸਮਾਜਿਕ ਸਮਾਗਮਾਂ 'ਚ ਜਾਂਦੇ ਸੀ ਘਰੋਂ, ਉੱਥੇ ਵੀ ਹੁੰਦੇ ਸੀ। ਜੀ ਜੀ। ਅਖੀਰ ਅਲਟੀਮੇਟਲੀ ਚਲੋ ਬੜਾ ਲੰਬਾ ਸਾਲ ਭਰ ਦਾ ਅੰਦੋਲਨ ਚੱਲਿਆ। ਉਦੋਂ ਕੋਈ ਵੀ ਹੀਆ ਨਹੀਂ ਕਰਦਾ ਸੀ ਕਿ ਮੈਂ ਉਹਨਾਂ ਨਾਲ ਜਾਊਂਗਾ। ਕੈਪਟਨ ਅਮਰਿੰਦਰ ਸਿੰਘ ਦੇ ਨਾਲ ਤੁਹਾਡੇ ਕਿੰਨੇ ਮਤਭੇਦ ਹੋਣ, ਲੇਕਿਨ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਛੱਡੀ ਹੈ, ਉਦੋਂ ਨੇ ਕਿਹਾ ਸੀ ਆਪਸ਼ਨਸ ਬਹੁਤ ਹੈ। ਤੇ ਉਹਨਾਂ ਨੇ ਕਿਹਾ ਸੀ ਕਿ ਜੇ ਕਿਸਾਨ ਅੰਦੋਲਨ ਜਾਂ ਕਿਸਾਨ ਮਸਲੇ ਹੱਲ ਹੋ ਜਾਣ ਤਾਂ ਮੈਂ ਬੀਜੇਪੀ ਨਾਲ ਮਿਲ ਕੇ ਵੀ ਇਲੈਕਸ਼ਨ ਲੜ ਸਕਦਾ। ਔਰ ਉਹਦੇ ਤੇ ਉਹ ਗੱਲ ਕਹੀ ਗਈ ਬਾਰ-ਬਾਰ। ਕੈਪਟਨ ਅਮਰਿੰਦਰ ਸਿੰਘ ਹੋਣੀ ਕਹਿੰਦੇ ਹੁੰਦੇ ਸੀਗੇ ਕਿ ਬੀਜੇਪੀ ਵਾਲਿਆਂ ਦੇ ਨਾਲ ਗੱਲਬਾਤ ਢੀਂਡਸਾ ਸਾਹਿਬ ਦੀ ਵੀ ਹੋ ਗਈ ਹੈ। ਤੇ ਉਹ ਕਹਿੰਦੇ ਸੀ ਮੇਰੇ ਢੀਂਡਸਾ ਸਾਹਿਬ ਕਹਿੰਦੇ ਸਾਡੀ ਤਾਂ ਕਪਤਾਨ ਨਾਲ ਗੱਲ ਨਹੀਂ ਹੋਈ। ਉਹ ਕਹਿੰਦਾ ਮੇਰੇ ਨਾਲ ਨਹੀਂ, ਮੈਨੂੰ ਅਮਿਤ ਸ਼ਾਹ ਨੇ ਦੱਸਿਆ ਵੀ ਸਾਡੀ ਹੋ ਗਈ, ਉੱਧਰ ਹੋ ਗਈ ਨਾ, ਵੀ ਇੱਧਰ ਵੀ ਹੋ ਗਈ। ਉਹ ਸਾਂਝਾ ਤਾਂ ਬੰਦਾ ਤਾਂ ਇੱਕੋ ਹੀ ਸੀ ਨਾ, ਇੱਕੋ ਹੀ ਸੀ ਜਿਹਦੇ ਨਾਲ ਗੱਲ ਕਰਨੀ ਸੀ। ਗੱਲ ਕਰਦਿਆਂ ਕਰਾਉਂਦੇ ਅਖੀਰੇ ਗੱਲ ਆ ਗਈ ਸਾਹਮਣੇ ਕਿ ਕੀ ਕੀਤਾ ਜਾਵੇ। ਇਹ ਟਕਸਾਲੀ ਅਕਾਲੀ ਦਲ 'ਚ ਗੱਲ ਆ ਗਈ। ਉੱਥੇ ਜੀ ਕੀ ਕੀਤਾ ਜਾਵੇ ਕਿਉਂਕਿ ਬ੍ਰਹਮਪੁਰਾ ਸਾਹਿਬ ਦੀ ਗੱਲ ਬਾਦਲ ਕਹਿਣ ਨਾਲ ਚੱਲਦੀ ਸੀ। ਸੀਟ ਖਾਲੀ ਪਈ ਸੀ ਤੇ ਉਹਨਾਂ ਨੇ ਕੜਕਾ ਪਾਤਾ ਕਿ ਭਾਰਤੀ ਜਨਤਾ ਪਾਰਟੀ ਨਾਲ ਤਾਂ ਅਸੀਂ ਜਾ ਹੀ ਨਹੀਂ ਸਕਦੇ। ਇਹਨਾਂ ਨੇ ਤਾਂ ਜੀ ਜਿਹੜੀ ਹੈਗੇ ਆ ਖੇਤੀ ਕਾਨੂੰਨ ਕਾਲੇ ਕਾਨੂੰਨ ਬਣਾਤੇ। ਜਦੋਂ ਇਹ ਢੀਂਡਸਾ ਵੀ ਨਹੀਂ ਜਾ ਸਕਦਾ ਸੀ ਤਾਂ ਅਮਰਿੰਦਰ ਸਿੰਘ ਵੀ ਨਹੀਂ ਜਾ ਸਕਦਾ ਸੀ। ਜਦੋਂ ਕਾਲੇ ਕਾਨੂੰਨ ਵਾਪਸ ਹੋ ਗਏ ਤੇ ਫਿਰ ਉਹ ਕਹਿੰਦੇ ਵੀ ਲੈ ਬੀਜੇਪੀ ਨਾਲ ਅਸੀਂ ਕਿਵੇਂ ਜਾਵਾਂਗੇ। ਸਵਾਲ ਇਹ ਪੈਦਾ ਹੁੰਦਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਜਦੋਂ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਪੰਜਾਬ ਦੀ ਕੈਬਨਿਟ ਦੇ ਵਿੱਚ ਨੰਬਰ 2 ਹੁੰਦੇ ਸੀ ਜੀ, ਉਸ ਵੇਲੇ ਵੀ ਮਦਨ ਮੋਹਨ ਮਿੱਤਲ ਜਿਹੜਾ ਉਹ ਕਿਹੜਾ ਕਾਂਗਰਸ ਪਾਰਟੀ ਚੋਂ ਆਏ ਸੀ ਜਾਂ ਮੁਸਲਿਮ, ਉਹ ਵੀ ਤਾਂ ਬੀਜੇਪੀ ਦਾ ਹੀ ਸੀ। ਬਿਲਕੁਲ ਉਹਨਾਂ ਦੇ ਨਾਲ ਮਿਲ ਕੇ ਤਾਂ ਸਾਰਾ ਕੁਝ ਕਰਦੇ ਰਹੇ ਹੋ ਤੁਸੀਂ ਉਸ ਕੋਲੀਸ਼ਨ ਦਾ ਹਿੱਸਾ ਰਹੇ ਹੋ ਜਿਹਦੇ ਵਿੱਚ ਭਾਰਤੀ ਜਨਤਾ ਪਾਰਟੀ ਹੁੰਦੀ ਸੀ। ਅਸਲ ਦੇ ਵਿੱਚ ਇਹਨੂੰ ਅਸੀਂ ਕਹਾਂਗੇ ਪੋਲੀਟੀਕਲ ਅਪਰਚੂਨਿਜ਼ਮ ਤੇ ਪਰਿਵਾਰਕ ਦਵਾ ਜਿਹੜੀ ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ, ਢੀਂਡਸਾ ਸਾਹਿਬ ਨੇ ਵੀ ਮਲਮੀ ਜੀ ਨਾਲ ਕਿਹਾ ਹੈ ਕਿ ਜਿਹੜੇ ਸਿੰਘ ਸਾਹਿਬ ਹੈ ਇਹਨਾਂ ਨੂੰ ਧਾਰਮਿਕ ਮਸਲਿਆਂ ਤੱਕ ਹੀ ਸੀਮਿਤ ਰਹਿਣਾ ਚਾਹੀਦਾ ਹੈ। ਭਾਵੇਂ ਸ਼ਕਲੇ ਦਿੱਤੀ ਗਈ ਹੈ ਧਾਰਮਿਕ ਮਸਲਾ ਹੈ, ਪਰ ਧਾਰਮਿਕ ਮਸਲੇ ਤੱਕ ਨਹੀਂ ਰਹੀ। ਕਿਉਂਕਿ ਕੱਲ ਬਿਆਨ ਦਿੱਤਾ, ਅੱਜ ਅਖਬਾਰਾਂ 'ਚ ਛਪਿਆ ਜੀ, ਤੇ ਇਹਦੇ ਨਾਲ ਹੀ ਜਿਹੜਾ ਹੈਗਾ ਅੱਜ ਬ੍ਰਹਮਪੁਰਾ ਸਾਹਿਬ ਸ਼ਾਮਲ ਹੋ ਗਏ। ਬਹਾਨਾ ਕੀ ਹੈ? ਬਹਾਨਾ ਇਹ ਜੀ ਅਕਾਲ ਤਖਤ ਸਾਹਿਬ ਨੇ ਕਹਿਤਾ। ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜੀ ਕਸਮ ਪਾਈ ਸੀ ਉਹ ਤੁਸੀਂ ਇੱਕ ਇੰਸਟੀਟਿਊਸ਼ਨ ਦੇ ਸਾਹਮਣੇ ਪਾਈ ਸੀ। ਜਥੇਦਾਰ ਅਕਾਲ ਤਖਤ ਸਾਹਿਬ ਉਹ ਇੰਸਟੀਟਿਊਸ਼ਨ ਨਹੀਂ ਹੈਗਾ ਨਾ, ਉਹ ਇੱਕ ਸੇਵਾਦਾਰ ਹੈ। ਸੇਵਾਦਾਰ ਦੇ ਕਹਿਣ ਦੇ ਉੱਤੇ ਤੁਸੀਂ ਜਿਹੜੀ ਹੈਗੀ ਹੈ ਉਸ ਜਿਹੜੀ ਹੈ ਉਹ ਨਾ, ਉਹਨਾਂ ਨੇ ਕਿਹਾ ਤੁਹਾਡੀ ਬਾਂਹ ਫੜ ਕੇ ਕਹਿਤੀ ਵੀ ਪਾਰਟੀ ਜੁਆਇਨ ਨੇ ਪੰਥਕ ਏਕਤਾ ਦੀ ਗੱਲ ਕੀਤੀ। ਕੀ ਪੰਥਕ ਏਕਤਾ ਕੀ ਬਾਦਲ ਅਕਾਲੀ ਦਲ ਦੀ ਪੰਥਕ ਏਕਤਾ? ਪੰਥ ਤਾਂ ਬਹੁਤ ਵੱਡਾ ਪੰਥ ਤਾਂ ਬਹੁਤ ਵਿਸ਼ਾਲ ਹੈ। ਪੰਥ ਕੱਲਾ ਜੇ ਆਪਾਂ ਦੇਖੀਏ ਪੰਥ ਕੱਲਾ ਬਾਦਲ ਕਹਿਣ ਨਾਲ ਹੀ ਨਾ ਹੈ। ਇਹ ਤਾਂ ਅਸਲ ਦੇ ਵਿੱਚ ਜਿਹੜਾ ਘਰ ਵਾਸਤੇ ਹੋਣਾ ਸੀ। ਔਰ ਇਹੀ ਗੱਲ ਹੈ ਦਾਨੇ ਵਾਲੀ ਸਾਹਿਬ ਜਿਹੜੀ ਵਾਰ-ਵਾਰ ਗੱਲ ਹੈ ਜੀ ਕਿ ਪਹਿਲਾਂ ਅਕਾਲੀ ਦਲ ਨੇ ਆਪਣੇ ਆਪ ਨੂੰ ਪੰਥਕ ਪਾਰਟੀ ਤੋਂ ਪੰਜਾਬੀ ਪਾਰਟੀ ਬਣਾਇਆ। ਆਪਾਂ ਪਿਛਲੀ ਗੱਲ ਕੀਤੀ ਸੀ ਕਿ ਹੁਣ ਦੁਬਾਰਾ ਫੇਰ ਜਦੋਂ ਪੰਥ ਦੇ ਵਿੱਚੋਂ ਜੜਾਂ ਕੱਟੀਆਂ ਗਈਆਂ, ਪੰਥ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੇਅਦਬੀ ਹੋਈ ਸੀ, ਔਰ ਬੇਅਦਬੀ ਨੂੰ ਵੀ ਇੱਕ ਮੁੱਦਾ ਬਣਾਇਆ ਸੀ। ਰਣਜੀਤ ਸਿੰਘ ਬ੍ਰਹਮਪੁਰਾ ਹੋਣਾ ਨੇ ਬੇਅਦਬੀ ਨੂੰ ਇੱਕ ਮੁੱਦਾ ਬਣਾਇਆ ਸੀ ਕਿ ਉਹਨੂੰ ਮਾਫ ਕਿਉਂ ਕੀਤਾ। ਸਾਨੂੰ ਤਾਂ ਪੁੱਛਿਆ ਹੀ ਨਹੀਂ ਗਿਆ। ਅਸੀਂ ਤਾਂ ਵਿੱਚ ਕੋਰ ਕਮੇਟੀ 'ਚ ਵੀ ਵਿਰੋਧ ਕਰਦੇ ਸੀ। ਹੁਣ ਉਹ ਸਾਰੀਆਂ ਗੱਲਾਂ ਕੀ ਧੁੱਤੀਆਂ ਗਈਆਂ। ਤੇ ਜੇ ਤੁਸੀਂ ਵਾਕਈ ਪੰਥ ਦੀ ਗੱਲ ਕਰਨੀ ਤਾਂ ਫਿਰ ਤੁਸੀਂ ਜਥੇਦਾਰ ਸਾਹਿਬ ਨੂੰ ਕਹੋ ਕਿ ਜਿਹੜੇ ਭਾਈ ਗੁਰਬਚਨ ਸਿੰਘ ਹੋਰਾਂ ਨੇ ਡੇਰਾ ਮੁਖੀ ਨੂੰ ਮਾਫ ਕੀਤਾ ਸੀ, ਕਿਹਦੇ ਕਹਿਣ ਤੇ ਮਾਫ ਕੀਤਾ ਸੀ, ਇਹਦੀ ਪੜਤਾਲ ਕਰ ਲਓ। ਪੰਥ ਦੀ ਗੱਲ ਤਾਂ ਇਹ ਹੈ, ਭਾਵੇਂ ਸੰਗਤਾਂ ਦੇ ਦਬਾਅ ਦੀ ਵਜ੍ਹਾ ਕਾਰਨ ਜਿਹੜਾ ਮਾਫੀਨਾਮਾ ਦਿੱਤਾ ਸੀ ਉਹ ਵਾਪਸ ਲੈ ਲਿਆ ਸੀ। 91 ਲੱਖ ਰੁਪਈਆ ਗੁਰੂ ਕੀ ਗੋਲਕ ਦੇ ਵਿੱਚੋਂ ਜਿਹੜਾ ਖਰਚ ਕੀਤਾ ਸੀ ਇਸ਼ਤਿਹਾਰਾਂ ਦੇ ਉੱਤੇ, ਇਹ ਫੈਸਲਾ ਮੰਗੋ ਤੇ ਉਹਦਾ ਹਿਸਾਬ ਕਿਤਾਬ ਕੌਣ ਲਊਗਾ? ਇਸ ਵਾਸਤੇ ਇਹਨੂੰ ਅਸੀਂ ਕਹਾਂਗੇ ਰਾਜਨੀਤਿਕ ਮੌਕਾ ਪ੍ਰਸਤੀ। ਇਹ ਤਾਂ ਰਾਜਨੀਤਿਕ ਮੌਕਾ ਪ੍ਰਸਤੀ ਹੈ ਲੀਡਰਾਂ ਦੀ। ਲੇਕਿਨ ਜਥੇਦਾਰ ਹਰਪ੍ਰੀਤ ਸਿੰਘ ਹੋਰੀ ਗਿਆਨੀ ਜੀ ਹੈ ਜਿਹੜੇ, ਅਸੀਂ ਉਹਨਾਂ ਦਾ ਸਤਿਕਾਰ ਬਹੁਤ ਕਰਦੇ ਹਾਂ, ਬਹੁਤ ਪੜ੍ਹੇ ਲਿਖੇ ਹੈ। ਪੜ੍ਹੇ ਲਿਖੇ ਸੱਜਣਾਂ ਨੂੰ, ਪੜ੍ਹੇ ਲਿਖੇ ਜਿਹੜੇ ਸਾਡੇ ਸਤਿਕਾਰਤ ਸਿੰਘ ਸਾਹਿਬ ਹੈ ਉਹਨਾਂ ਨੂੰ ਉਸ ਰੁਤਬੇ ਦੀ ਇੱਜ਼ਤ ਵਧਾਉਣੀ ਚਾਹੀਦੀ ਹੈ। ਉਹਨੂੰ ਕਿਸੇ ਕਿਸਮ ਦੀ ਜਿਹੜੀ ਹੈ ਆਂਚ ਨਾ ਆਵੇ। ਇਹੋ ਜਿਹਾ ਕੰਮ ਕੋਈ ਨਹੀਂ ਕਰਨਾ ਚਾਹੀਦਾ। ਪੰਥਕ ਏਕਤਾ ਦੀ ਗੱਲ ਕਰਨੀ ਹੈ, ਕਰੀ ਜਾਣ, ਕੁਛ ਵੀ ਕਰ ਲੈਣ, ਸਾਰਾ ਕੁਛ ਕਰ ਲੈਣ, ਪਰ ਜਿਹੜਾ ਇਸ ਕਿਸਮ ਦਾ ਰਾਜਸੀ ਬੰਦਿਆਂ ਦੇ ਹੱਥਾਂ ਦੇ ਵਿੱਚ ਖੇਡਣਾ, ਇਹਦੇ ਨਾਲ ਅਕਾਲ ਤਖਤ ਸਾਹਿਬ ਦੇ ਜਿਹੜੇ ਸੇਵਾਦਾਰੀ ਦਾ ਉਹਨਾਂ ਕੋਲ ਇੱਕ ਬਹੁਤ ਜ਼ਿੰਮੇਵਾਰੀ ਵਾਲਾ ਰੁਤਬਾ ਹੈ, ਉਸ ਰੁਤਬੇ ਨੂੰ ਆਂਚ ਆਉਂਦੀ ਹੈ, ਉਹਦਾ ਖਿਆਲ ਰੱਖਣਾ ਚਾਹੀਦਾ। ਜੀ ਬਿਲਕੁਲ। ਅੱਜ ਤਾਂ ਵੈਸੇ ਜੇ ਵੇਖੀਏ ਤਾਂ ਬਾਦਲ ਸਾਹਿਬ ਗਏ ਉੱਥੇ, ਥੋੜ੍ਹੀ ਮੋਟੀ ਜਿਹੜੀ ਆਪਾਂ ਵੀ ਗੱਲ ਕੀਤੀ ਹੈ, ਆਪਾਂ ਬਹੁਤ ਕੁਛ ਕੀਤਾ ਹੈ।
ਥੋੜ੍ਹੀ ਜੀ ਉਹਨਾਂ ਦੀ ਪ੍ਰੈਸ ਕਾਨਫਰੰਸ ਵੀ ਗੱਲਬਾਤ ਵੀ ਜਿਹੜੀ ਨਜ਼ਰ ਆਈ ਹੈ। ਤੇ ਬਾਦਲ ਸਾਹਿਬ ਕਿਉਂਕਿ ਸੁਖਬੀਰ ਨੇ ਤਾਂ ਬੋਰਡ ਲਾਤੇ ਵੀ ਬਾਦਲ ਸਾਹਿਬ ਨੂੰ ਤਾਂ ਦੇਖੋ ਸਰਪ੍ਰਸਤੀ 'ਚ ਕਰਤਾ, ਸੀਐਮ ਦਾ ਚਿਹਰਾ ਤਾਂ ਸੁਖਬੀਰ ਬਾਦਲ ਹੀ ਆਪਣੇ ਆਪ ਨੂੰ ਪ੍ਰੋਜੈਕਟ ਕਰ ਰਿਹਾ 100%। ਉਹਨਾਂ ਨੇ ਕਹੀ ਤਾਂ ਉਹ ਤਾਂ ਆਈ ਵਾਰੀ ਜਦੋਂ ਇਹ ਸਵਾਲ ਖੜਾ ਹੁੰਦਾ ਤਾਂ ਉਹ ਸੀਐਮ ਦੇ ਮਤਲਬ ਜਿਹੜੇ ਹੈਗੇ ਹੈ ਚਿਹਰੇ ਦੇ ਤੌਰ ਤੇ ਆਪਣੇ ਆਪ ਨੂੰ ਪੇਸ਼ ਕਰਦੇ ਸੁਖਬੀਰ ਸਿੰਘ ਬਾਦਲ ਹੋਣੀ। ਹਾਂਜੀ ਪਰ ਅੱਜ ਜਦੋਂ ਸਵਾਲ ਪੁੱਛਿਆ ਗਿਆ ਕਿ ਰਾਜ ਤੇ ਖਾਜ ਤਾਂ ਖੁਦ ਹੀ ਕੀਤਿਆਂ ਸਵਾਦ ਆਉਂਦਾ, ਉਦੋਂ ਬਾਦਲ ਸਾਹਿਬ ਥੋੜਾ ਜਿਹਾ ਮੁਸਕਰਾਏ ਚਿਹਰੇ ਤੇ ਰੌਣਕ ਆ ਗਈ ਸੀ। ਵੈਸੇ ਘਬਰਾਹਟ ਤਾਂ ਕਾਫੀ ਹੈ ਕਿਉਂਕਿ ਮੁਕੱਦਮਾ ਜਿਹੜਾ ਹੈਗਾ ਬੜਾ ਭਿਆਨਕ ਹੈ। ਬਿਲਕੁਲ ਢਿੱਲੋਂ ਸਾਹਿਬ ਅੱਜ ਵੈਸੇ ਇੱਕ ਗੱਲ ਹੈ ਵੀ ਪਹਿਲਾਂ ਤਾਂ ਕਹਿੰਦੇ ਰਹੇ ਵੀ ਕਰਕੇ ਦਿਖਾਓ ਮੁਕੱਦਮਾ ਫਲਾਨਾ ਧਮਕਾ, ਹੁਣ ਜਦੋਂ ਹੋ ਗਿਆ ਹੁਣ ਵੈਂਡੇਟਾ। ਪਹਿਲਾਂ ਫਿਰ ਜਾਂ ਤਾਂ ਪਹਿਲੇ ਇੱਕੋ ਸਟੈਂਡ ਤੇ ਰਹਿੰਦੇ ਵੀ ਮੁਕੱਦਮਾ ਨਹੀਂ ਹੋਣਾ ਚਾਹੀਦਾ ਸਾਡੇ ਵੈਂਡੇਟਾ, ਪਹਿਲਾਂ ਕਹਿੰਦੇ ਤੁਸੀਂ ਕਰਕੇ ਦਿਖਾਓ। ਉਹ ਤਾਂ ਵੈਸੇ ਜਦੋਂ ਕਈ ਚੀਜ਼ਾਂ ਦੇ ਵਿੱਚ ਤਾਂ ਜਿਹੜਾ ਹੈਗਾ ਥੋੜ੍ਹਾ ਜਿਹਾ ਲੋੜ ਤੋਂ ਕਾਲੇ, ਭਾਵੇਂ ਕੱਲ੍ਹ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਜਦੋਂ ਕੇਸ ਰਜਿਸਟਰ ਹੋ ਗਿਆ ਸਵੇਰੇ ਕਰਤੀ, ਤੇ ਉਹਨਾਂ ਨੇ ਇਹ ਸਵਾਲ ਵੀ ਖੜਾ ਕੀਤਾ ਹੈ, ਪੱਤਰਕਾਰਾਂ ਨੂੰ ਪੁੱਛਿਆ ਵੀ ਦੱਸੋ ਜਿਹੜਾ ਮੈਂ ਅਸਤੀਫਾ ਦਿੱਤਾ ਸੀ ਪ੍ਰਧਾਨਗੀ ਤੋਂ ਉਹ ਠੀਕ ਦਿੱਤਾ ਸੀ ਕਿ ਗਲਤ ਦਿੱਤਾ ਸੀ। ਉਹਨਾਂ ਦਾ ਕਹਿਣ ਤੋਂ ਭਾਵ ਹੈ ਕਿ ਜੇ ਮੈਂ ਅਸਤੀਫਾ ਨਾ ਦਿੰਦਾ, ਪ੍ਰੈਸ਼ਰ ਨਾ ਬਣਦਾ, ਤਾਂ ਚੰਨੀ ਗਵਰਨਮੈਂਟ ਨੇ ਕਦੇ ਵੀ ਸਹੋਤਾ ਸਾਹਿਬ ਨੂੰ ਹਟਾਉਣਾ ਨਹੀਂ ਸੀ ਤੇ ਜਿਹੜੇ ਆਪਣੇ ਚਟੋਪਾਧਿਆਏ ਸਾਹਿਬ ਹੈ ਇਹਨਾਂ ਨੂੰ ਲਾਉਣਾ ਨਹੀਂ ਸੀ। ਤੇ ਉਹਨਾਂ ਨੇ ਚਟੋਪਾਧਿਆਏ ਸਾਹਿਬ ਦੀ ਵੀ ਪਿੱਠ ਥਪਥਪਾਈ ਹੈ ਵੀ ਬਹੁਤ ਵਧੀਆ ਅਫਸਰ ਹੈ। ਪਰ ਸੁਖਬੀਰ ਬਾਦਲ ਐਨ ਕਹਿੰਦਾ ਵੀ ਧੇਲੇ ਦਾ ਅਫਸਰ ਨਹੀਂ, ਇਹਨੂੰ ਮੇਰੇ ਖਿਲਾਫ ਪਹਿਲਾਂ ਵੀ ਲਾਇਆ ਸੀ, ਕੈਪਟਨ ਨੇ ਵੀ ਲਾਇਆ ਸੀ, ਬਾਹਰ ਵੀ ਮੇਰੀਆਂ ਤਫਤੀਸ਼ਾਂ ਕਰਨ ਗਿਆ ਸੀਗਾ, ਫਲਾਨਾ ਧਮਕਾ, ਬਹੁਤ ਕੁਝ ਬੋਲਿਆ ਅੱਜ ਉਹਨਾਂ। ਦੇਖੋ ਪ੍ਰੋਫੈਸ਼ਨਲੀ ਜੇ ਆਪਾਂ ਦੇਖੀਏ ਦਾਨੇਵਾਲ ਸਾਹਿਬ ਕਈ ਚੀਜ਼ਾਂ ਹੁੰਦੀਆਂ। ਮੈਨੂੰ ਨਹੀਂ ਪਤਾ ਵੀ ਇੱਕ ਤਾਂ ਇਹ ਹੈ ਕਿ ਚਟੋਪਾਧਿਆਏ ਸਾਹਿਬ ਬੜਾ ਲੰਬਾ ਸਮਾਂ ਅਹਿਮ ਅਹੁਦਿਆਂ ਤੇ ਰਹੇ। ਬਿਲਕੁਲ ਲੁਧਿਆਣਾ ਫਿਰੋਜ਼ਪੁਰ ਵਰਗਾਂ ਦੇ ਐਸਐਸਪੀ ਵੀ ਰਹੇ ਹੈ, ਕਿਉਂਕਿ ਉਦੋਂ ਫਿਰੋਜ਼ਪੁਰ ਤੋਂ ਲੁਧਿਆਣਾ ਬੜੇ ਵੱਡੇ ਜ਼ਿਲ੍ਹੇ ਮੰਨੇ ਜਾਂਦੇ ਸੀ, ਪ੍ਰੋਮੀਨੈਂਟ। ਜਿਹੜਾ ਇੰਡੀਅਨ ਸਟੇਟ ਦੀਆਂ ਨਜ਼ਰਾਂ ਦੇ ਵਿੱਚ ਜਿਹੜਾ ਖਾੜਕੂਬਾਦ ਦਾ ਦੌਰ ਸੀ ਉਹਦੇ ਉੱਤੇ ਉਹ ਪੂਰੇ ਉਤਰੇ। ਸ਼ਾਇਦ ਤੁਹਾਡੇ ਯਾਦ ਹੋਵੇ ਐਂਡ ਬੜੇ ਸਮੂਥਲੀ ਕੋਈ ਉਹਨਾਂ ਨੇ ਉਸ ਤਰ੍ਹਾਂ ਚਰਚਾ ਦਾ ਵਿਸ਼ਾ ਨਹੀਂ ਬਣੇ ਤੇ ਨਫ਼ਰਤ ਦਾ ਪਾਤਰ ਵੀ ਨਹੀਂ ਬਣੇ। ਉਹਨਾਂ ਦਾ ਆਪਣਾ ਕੰਮ ਠੀਕ ਤਰੀਕੇ ਨਾਲ ਕੀਤਾ। ਲੇਕਿਨ ਉਹਨਾਂ ਦੇ ਉੱਤੇ ਕਦੇ ਕਰਪਸ਼ਨ ਦਾ ਇਲਜ਼ਾਮ ਲੱਗਿਆ ਹੋਵੇ ਮੇਰੇ ਖਿਆਲ, ਕਿਉਂਕਿ ਆਪਣੇ ਇੱਧਰ ਰਹੇ ਨਹੀਂ, ਮੈਨੂੰ ਨਹੀਂ ਪਤਾ, ਤੁਸੀਂ ਲੁਧਿਆਣੇ ਰਹੇ ਹੋ, ਤੁਸੀਂ ਉਹ ਦੇਖਿਆ ਜੇ ਤਾਂ ਇਹ ਲੱਗਿਆ ਹੋਵੇ ਕੋਈ ਇਹੋ ਜਿਹੀ ਗੱਲ ਕੀਤੀ ਹੋਵੇ, ਕੋਈ ਜਾਇਦਾਦ ਬਣਾਉਣ ਦੀ ਗੱਲ ਹੋਈ ਹੋਵੇ, ਨਹੀਂ ਲੱਗਿਆ, ਬਿਲਕੁਲ ਨਹੀਂ ਲੱਗਿਆ। ਇਹ ਚੀਜ਼ਾਂ ਹੁੰਦੀਆਂ ਫਿਰ ਤਾਂ ਆਪਾਂ ਕਹਿ ਦਈਏ ਵੀ ਧੇਲੇ ਦਾ ਅਫਸਰ ਨਹੀਂ। ਤੇ ਜੇ ਹੁਣ ਫਰਜ਼ ਕਰੋ ਵੀ ਕਿਸੇ ਵੈਸੇ ਇੱਕ ਚੀਜ਼ ਆਪਾਂ ਵੇਖ ਸਕਦੇ ਹਾਂ ਵੀ ਦੋ ਚੀਜ਼ਾਂ ਬੜੀਆਂ ਧਿਆਨ ਵਾਲੀਆਂ ਦੇਖਣ ਵਾਲੀਆਂ, ਜਿਹੜੇ ਦੌਰ ਦੇ ਵਿੱਚ ਐਸਐਸਪੀ ਸੀ, ਕਿਉਂਕਿ ਸੈਣੀ ਤੇ ਚਟੋਪਾਧਿਆਏ ਬਰਾਬਰ ਐਸਐਸਪੀ ਬਰਾਬਰ ਸੀ ਠੀਕ ਹੈ ਜੀ। ਮੇਰੇ ਖਿਆਲ ਬੈਚਮੇਟ ਵੀ ਚਲੋ ਨਾ ਹੋਣਗੇ ਤਾਂ ਇੱਕ ਅੱਧਾ ਸਾਲ ਦੋਨਾਂ ਨੇ ਕੇਪੀਐਸ ਗਿੱਲ ਦੀ ਕਮਾਂਡ ਥੱਲੇ ਕੰਮ ਕੀਤਾ। ਪਰ ਜਿਸ ਢੰਗ ਦੇ ਨਾਲ ਚਟੋਪਾਧਿਆਏ ਹਮੇਸ਼ਾ ਹੀ ਸੌਫਟ, ਸੋਬਰ, ਸ਼ਰੀਫ ਇਨਸਾਨ ਮੰਨਿਆ ਗਿਆ ਸ਼ੁਰੂ ਤੋਂ ਹੀ, ਐਂਡ ਕਰਪਸ਼ਨ ਤਾਂ ਦੂਰ ਨੇੜਦੀ ਨਹੀਂ। ਕਿਉਂਕਿ ਮੈਨੂੰ ਇੱਕ ਚੀਜ਼ ਯਾਦ ਹੈ ਢਿੱਲੋਂ ਸਾਹਿਬ ਜੀ, ਇਹਨਾਂ ਦੇ ਜਦੋਂ ਪਹਿਲੀ ਮੈਰਿਜ ਸੀ ਉਹਦੇ ਵਿੱਚ ਤਲਾਕ ਹੋਣ ਦਾ ਹੀ ਬਹੁਤ ਵੱਡਾ ਕਾਰਨ ਪਹਿਲਾਂ ਡਾਈਵੋਰਸ ਉਹਦਾ ਕਾਰਨ ਕੀ ਸੀ? ਕਿਉਂਕਿ ਲੁਧਿਆਣਾ ਬੜਾ ਵਿਗੜਿਆ ਸ਼ਹਿਰ ਹੈ, ਵੱਡੇ ਅਫਸਰਾਂ ਨੂੰ ਇਹ ਨਹੀਂ ਸੀ ਚਾਹੁੰਦੇ ਕਿ ਇਹਨਾਂ ਦੀ ਵਾਈਫ ਸਤਲੁਜ ਕਲੱਬ ਜਾਵੇ ਜੀ, ਇਹ ਉਹਨੂੰ ਬਹੁਤ ਰੋਕਦੇ ਸੀ ਜੀ। ਉੱਥੇ ਫਿਰ ਕੀ ਸੀਗਾ ਜੀ, ਉੱਥੇ ਚੱਲਦਾ ਸੀ ਜੂਆ, ਤੇ ਉਹ ਬੀਬੀ ਨੂੰ ਪੈਸੇ ਹਾਰ ਜਾਂਦੀਆਂ ਵੱਡੀਆਂ ਮਤਲਬ ਕਿ ਆਤਨ ਨੂੰ ਉਹ ਵੇ ਆਫ ਕਰਪਸ਼ਨ, ਲਿਹਾਜ਼ ਗੰਢਣ ਦਾ ਤਰੀਕਾ ਹੁੰਦਾ ਹੈ। ਇਹਨਾਂ ਦਾ ਮੇਨ ਕਾਰਨ ਹੀ ਉਹੀ ਸੀ ਕਿ ਤੂੰ ਸਤਲੁਜ ਕਲੱਬ ਜਾਨੀ ਆ, ਮੈਂ ਬਰਦਾਸ਼ਤ ਨਹੀਂ ਕਰਦਾ। ਅੱਛਾ, ਫਿਰ ਤਾਂ ਇਹਦਾ ਮਤਲਬ ਰਿਕਾਰਡ ਅੱਛਾ ਹੈ। ਹਾਂ, ਦੇਖੋ ਕਲੇਸ਼ ਪਿਆ, ਬਹੁਤ ਕੁਝ ਹੋਇਆ, ਫਿਰ ਡਿਵੋਰਸ ਵੀ ਹੋ ਗਿਆ। ਮੈਨੂੰ ਇਸ ਚੀਜ਼ ਦਾ ਤਾਂ ਪਤਾ ਕਿਉਂਕਿ ਮੁੱਢ ਉੱਥੋਂ ਵੱਜਾ ਸੀ, ਕਿਉਂਕਿ ਇਹ ਨਫ਼ਰਤ ਕਰਦੇ ਸੀਗੇ ਇਸ ਚੀਜ਼ ਨੂੰ ਵੀ ਤੂੰ ਉੱਥੋਂ ਜਾ ਕੇ ਪੈਸੇ ਜਿੱਤ ਕੇ ਆਉਣੀ ਹੈ, ਮੇਰੀ ਪ੍ਰੈਸਟੀਜ ਨੂੰ ਧੱਕਾ ਵੱਜਦਾ। ਨਹੀਂ, ਉਹ ਮੇਰੀ ਆ ਤੁਹਾਡੀ ਸਤਲੁਜ ਕਲੱਬ ਵਾਲੀ ਮੇਰੇ ਯਾਦ ਆਉਂਦੀ ਹੈ ਗੱਲ। ਇੱਕ IAS ਆਫੀਸਰ ਸੀ, ਲੁਧਿਆਣੇ ਦੇ ਡਿਪਟੀ ਕਮਿਸ਼ਨਰ ਰਹੇ ਹੈ। ਮੇਰਾ ਉਹਨਾਂ ਨਾਲ ਬਹੁਤਾ ਜ਼ਿਆਦਾ ਨੇੜਤਾ ਨਹੀਂ, ਲੇਕਿਨ ਲਾਸਟ ਦਿਨਾਂ ਦੇ ਵਿੱਚ ਜਦੋਂ ਉਹਨਾਂ ਦੀ ਟਰਾਂਸਫਰ ਹੋਣ ਵਾਲੀ ਸੀ, ਉਹਨਾਂ ਦਿਨਾਂ 'ਚ ਅਸੀਂ ਇੱਕ ਵਾਰੀ ਇਕੱਠੇ ਹੋ ਗਏ ਸਾਂ ਤੇ ਕਾਫੀ ਖੁੱਲ੍ਹ ਗਏ ਸਾਂ ਇੱਕ ਦੂਜੇ ਦੇ ਨਾਲ ਬੜੇ ਵਧੀਆ ਤਰੀਕੇ ਨਾਲ। ਤੇ ਜਿਹੜੇ ਉਹ ਫਿਰ ਉਸ ਤੋਂ ਬਾਅਦ ਮਹੀਨਾ 20 ਦਿਨ ਰਹੇ ਤੇ ਮੇਰੇ ਰਿਲੇਸ਼ਨ ਉਹਨਾਂ ਨਾਲ ਅੱਛੇ ਰਹੇ ਜੀ। ਚਲੋ ਵਕਤ ਦੇ ਨਾਲ ਤੁਹਾਨੂੰ ਪਤਾ ਅਫਸਰ ਇੱਕ ਥਾਂ ਤੋਂ ਗਿਆ ਦੂਜੇ ਥਾਂ ਤੇ ਲੱਗ ਗਿਆ ਤੇ ਉਹ ਲੁਧਿਆਣੇ ਚਲੇ ਗਏ ਸੀ। ਅਸੀਂ 2-3 ਸੱਜਣ ਜਿਹੜੇ ਸੀ ਸਾਰੇ ਜਰਨਲਿਜ਼ਮ ਨਾਲ ਸੰਬੰਧਿਤ ਸੀਗੇ, ਇੱਕ ਵਾਰੀ ਲੁਧਿਆਣੇ ਗਏ, ਉਹਨਾਂ ਕੋਲ ਚਲੇ ਗਏ, ਚਾਹ ਪਾਣੀ ਪੀਣ ਲੱਗ ਗਏ, ਤੇ ਗੱਲਾਂ ਕਰਦਿਆਂ ਗੱਲਾਂ ਚੱਲ ਪਈਆਂ ਸਤਲੁਜ ਕਲੱਬ ਦੀਆਂ ਜੀ। ਤੇ ਉਹ ਉਹਨਾਂ ਨੂੰ ਵੀ ਕਲੱਬ ਜੀ ਇੱਥੇ ਕਲੱਬ, ਉਹ ਕਹਿੰਦਾ ਵੀ ਤੋਬਾ ਮੈਂ ਨਹੀਂ ਕਿਸੇ ਕਲੱਬ ਜਾਂਦਾ। ਮੈਂ ਕਿਹਾ ਜੀ ਕੀ ਗੱਲ? ਉਹ ਕਹਿੰਦੇ ਵੀ ਜਿਹੜੇ ਅਫਸਰ ਨੇ ਕਲੰਕਿਤ ਹੋਣਾ ਉਹ ਸਤਲੁਜ ਕਲੱਬ ਜਾਂਦਾ ਰਹੇ। ਇਹ ਜਿਹੜੇ ਸਤਲੁਜ ਕਲੱਬ ਦੇ ਵਿੱਚ ਮਗਰਮੱਛ ਹਨ ਉਹ ਐਡੇ ਵੱਡੇ ਅਸੀਂ ਤਾਂ ਕੱਖ ਵੀ ਨਹੀਂ ਹੈ ਉਹਨਾਂ ਦੇ ਮੁਕਾਬਲੇ। ਬਿਲਕੁਲ ਸਿਆਣੀ ਗੱਲ। ਜਿਹੜਾ ਰੁਤਬਾ ਸਾਡੇ ਕੋਲੇ ਹੈ, ਜਿਹੜੀ ਅਸੀਂ ਕੰਸਟੀਟਿਊਸ਼ਨ ਦੀ ਸਹੁੰ ਖਾਧੀ ਵੀ ਹੈ, ਜੇ ਇਹਦੇ ਨਾਲ ਇਨਸਾਫ ਕਰਨਾ ਤਾਂ ਘੱਟੋ ਘੱਟ ਉੱਥੋਂ ਬਚਣਾ ਪੈਣਾ। ਕਿਉਂਕਿ
ਲੁਧਿਆਣੇ ਨੂੰ ਪੰਜਾਬ ਦੀ ਆਰਥਿਕ ਰਾਜਨੀਤੀ ਕਿਹਾ ਜਾਂਦਾ ਰਾਜਧਾਨੀ। ਰਾਜਧਾਨੀ ਕਿਹਾ ਜਾਂਦਾ ਹੈ। ਆਰਥਿਕ ਰਾਜਧਾਨੀ ਹੋਣ ਦੇ ਨਾਤੇ ਜਿਹੜੇ ਵੱਡੇ ਵੱਡੇ ਲੋਕ ਹੈ ਜਿਨ੍ਹਾਂ ਨੂੰ ਅਸੀਂ ਕਾਰਪੋਰੇਟਰ ਕਹਿ ਸਕਦੇ ਹਾਂ, ਉਹ ਪੰਜਾਬ ਦੇ ਕਾਰਪੋਰੇਟਰ ਤਾਂ ਲੁਧਿਆਣੇ 'ਚ ਹੀ ਹੈ। ਬਿਲਕੁਲ। ਜਿੰਨੇ ਵੱਡੇ ਕਾਰੋਬਾਰ ਹੈ, ਜਿੰਨੇ ਵੱਡੇ ਵੱਡੇ ਹਸਪੀਟਲ ਹੈ, ਉਹਨਾਂ ਦੇ ਸਾਰਿਆਂ ਦੇ ਹੈੱਡਕੁਆਟਰ ਉੱਥੇ ਹੈ। ਇਸ ਕਰਕੇ ਉਹਨਾਂ ਲੋਕਾਂ ਨੂੰ ਤਾਂ ਜਿਹੜਾ ਹੈਗਾ ਸੀਨੀਅਰ ਅਫਸਰਾਂ ਨੂੰ ਕਾਬੂ ਕਰਨਾ, ਜੀ ਵੈਸੇ ਤਾਂ ਆਮ ਤੌਰ ਦੇ ਉੱਤੇ ਪੈਸੇ ਵਾਲੇ ਬੰਦੇ ਬਹੁਤ ਜਲਦੀ ਕਾਬੂ ਹੋ ਜਾਂਦੇ ਹੈ, ਕਰ ਲੈਂਦੇ ਅਫਸਰਾਂ ਨੂੰ। ਬਿਲਕੁਲ। ਪਰ ਜਿਹੜੇ ਬਕਾਰ ਵਾਲੇ ਅਫਸਰ ਹੁੰਦੇ ਆ, ਜਿਹੜੇ ਨੂੰ ਆਪਦੇ ਰੁਤਬੇ ਦਾ ਖਿਆਲ ਹੁੰਦਾ ਹੈ, ਭਾਵੇਂ ਉਹ ਸਧਾਰਨ ਘਰਾਂ 'ਚੋਂ ਹੋਣ, ਗਰੀਬ ਘਰਾਂ 'ਚੋਂ ਹੋਣ, ਉਹ ਨਹੀਂ ਕਾਬੂ ਆਉਂਦੇ। ਉਹਨਾਂ ਨੂੰ ਫਿਰ ਕਾਬੂ ਕਰਨ ਦਾ ਤਰੀਕਾ ਇੱਕ ਹੋ ਲੈਂਦਾ। ਮੇਰੀ ਇੱਕ ਵਾਰੀ ਸਰਦਾਰ ਬੂਟਾ ਸਿੰਘ ਹੁੰਦੇ ਸੀ, ਪੰਜਾਬ ਭਾਰਤ ਦੇ ਗ੍ਰਹਿ ਮੰਤਰੀ ਵੀ ਰਹੇ ਜੀ, ਵੱਡੇ ਉੱਚੇ ਅਹੁਦੇ ਤੇ ਰਹੇ ਹੈ। ਆਪਣੇ ਕੁਝ ਸੱਜਣਾ ਦੇ ਨਾਲ ਮੇਰਾ ਉਹਨਾਂ ਨਾਲ ਕੋਈ ਸਿੱਧਾ ਤਾਲੁਕ ਨਹੀਂ ਸੀ, ਆਪਣੇ ਮਿੱਤਰ ਹੈ, ਉਹਨਾਂ ਦਾ ਆਉਣਾ ਜਾਣਾ ਸੀ ਜੀ। ਅਸੀਂ ਇੱਕ ਵਾਰੀ ਦਿੱਲੀ ਚਲੇ ਗਏ ਤੇ ਉਹਨਾਂ ਦਾ ਇੱਕ ਪੀਏ ਹੁੰਦਾ ਸੀ, ਉਸ ਪੀਏ ਨੂੰ ਕਿਹਾ ਜੀ ਐਂ ਕਰਕੇ ਤੇ ਆ ਇੱਕ ਕੰਮ ਹੈ, ਮੇਰੇ ਮਿੱਤਰ ਨੇ ਕਿਹਾ ਤੇ ਟੈਲੀਫੋਨ ਕਰ ਦਿਓ। ਉਹ ਪੀਏ ਨੂੰ ਚਾਚਾ ਕਹਿੰਦੇ ਹੁੰਦੇ ਸੀ, ਕਹਿੰਦਾ ਚਾਚਾ ਕਰਦੇ ਟੈਲੀਫੋਨ ਜੀ। ਉਹਨੇ ਇੱਕ ਟੈਲੀਫੋਨ ਕਰਤਾ, ਕਹਿੰਦਾ ਜੀ ਗੱਲ ਹੈ ਵੀ ਸਰਦਾਰ ਬੂਟਾ ਸਿੰਘ ਹੋਰਾਂ ਨੇ ਕਿਹਾ ਕੰਮ ਕਰ ਦਿਓ। ਤੇ ਮਹਿਕਮਾ ਕਿਹੜਾ ਸੀ? ਮਹਿਕਮਾ ਵੀ ਉਹੀ ਟੈਲੀ ਕਮਿਊਨੀਕੇਸ਼ਨ ਹੁੰਦਾ ਸੀ ਉਹਨਾਂ ਦਾ। ਉਹ ਕਹਿੰਦਾ ਵੀ ਚਾਚਾ ਜੀ ਫਿਰ ਮੈਂ ਜਾ ਕੇ ਮਿਲਣਾ, ਮੇਰਾ ਕੰਮ ਹੋ ਜੀ। ਤੇ ਚਾਚੇ ਨੇ ਉਹਦੀ ਬਾਂਹ ਫੜ ਲਈ, ਕਹਿੰਦਾ ਗੱਲ ਸੁਣ ਲਾ ਜੀ, ਆਹ ਜਿਹੜਾ ਟੈਲੀਫੋਨ ਹੈ ਨਾ, ਇਹਨੇ ਤੇਰਾ ਕੰਮ ਨਹੀਂ ਕਰਾਉਣਾ, ਇਹਨੇ ਤੇਰੀ ਇੰਟਰੋਡਕਸ਼ਨ ਕਰਵਾਤੀ ਜੀ ਕਿ ਤੂੰ ਚਿੱਠ ਦੇਵੇਂਗਾ, ਸਾਡਾ ਹਵਾਲਾ ਦੇਵੇਂਗਾ ਤੇ ਤੈਨੂੰ ਅਫਸਰ ਨਾਲ ਦੀ ਨਾਲ ਬੁਲਾ ਲੂ। ਅਗਾਂਹ ਜਿਹੜਾ ਤੂੰ ਕੰਮ ਕਰਾਉਣਾ ਜੀ, ਉਹ ਕੰਮ ਤਾਂ ਮਹਾਤਮਾ ਗਾਂਧੀ ਨੇ ਕਰਾਉਣਾ। ਮਹਾਤਮਾ ਗਾਂਧੀ ਵਾਲੀ ਗੱਲ ਤੈਨੂੰ ਉਹਦੇ ਨਾਲ ਆਪ ਕਰਨੀ ਪੈਣੀ ਹੈ ਜੀ। ਮੈਨੂੰ ਉਹਨਾਂ ਦਿਨਾਂ 'ਚ ਮਹਾਤਮਾ ਗਾਂਧੀ ਦੀ ਸਮਝ ਨਾ ਆਵੇ। ਮੈਂ ਬੰਦੇ ਨੂੰ ਪੁੱਛਿਆ, ਆਪਣੇ ਮਿੱਤਰ ਨੂੰ ਬਾਹਰ ਆ ਕੇ, ਮੈਂ ਕਿਹਾ ਮਹਾਤਮਾ ਗਾਂਧੀ ਦਾ ਯਾਰ ਕਿੱਦਾਂ ਦਾ ਮਰਿਆ ਹੋਇਆ ਤੇ ਤੂੰ ਗੱਲ ਕੀ ਕਰਦਾ? ਉਹ ਮੈਨੂੰ ਕਹਿੰਦਾ ਉਸ ਮਹਾਤਮਾ ਗਾਂਧੀ ਨਹੀਂ, ਮੈਂ ਹੋਰ ਕਹਿੰਦਾ ਨੋਟਾਂ ਦੀ ਗੱਲ ਕਰਦਾ। ਮੈਂ ਕਿਹਾ ਨੋਟ ਦੇ ਉੱਤੇ ਮਹਾਤਮਾ ਗਾਂਧੀ ਦੀ ਮੂਰਤ ਲੱਗੀ ਹੁੰਦੀ ਹੈ। ਉਹ ਇਹ ਹੈ, ਇਸ ਕਰਕੇ ਮਤਲਬ ਇਹ ਜਿਵੇਂ ਜੂਆ ਖੇਡਣਾ, ਕਲੱਬਾਂ ਦੇ ਵਿੱਚ ਜਾਣਾ, ਖਾਣਾ ਪੀਣਾ, ਇਹ ਇੱਕ ਕਿਸਮ ਦੀ ਇੰਟਰੋਡਕਸ਼ਨ ਬਣਦੀ ਹੈ। ਬਿਲਕੁਲ। ਇਸ ਇੰਟਰੋਡਕਸ਼ਨ ਦੇ ਰਾਹੀਂ ਫਿਰ ਉੱਥੋਂ ਤੱਕ ਪਹੁੰਚਿਆ ਜਾਂਦਾ। ਠੀਕ ਹੈ ਤੁਹਾਡੀ ਗੱਲ। ਪਰ ਜਿਵੇਂ ਇੱਕ ਤੁਹਾਨੂੰ ਯਾਦ ਹੋਊਗਾ, ਇੱਕ ਸਮਾਂ ਆਇਆ ਸੀਗਾ ਭੂ ਮਾਫੀਆ ਚੈਨਲ ਬਣਾਉਣ ਲੱਗ ਪਿਆ ਸੀ। ਹਾਂ ਚਿੱਟ ਫੰਡੀਆਂ ਨੇ ਚੈਨਲ ਬਣਾਏ ਸੀ, ਐਂਡ ਫਿਰ ਉਹ ਸਰਕਾਰ ਨੇ ਉਹ ਬਦਲ ਕੀਤੀ, ਬੜੇ ਚੈਨਲ, ਇੱਕ ਵੌਇਸ ਆਫ ਇੰਡੀਆ ਆਇਆ ਸੀਗਾ ਜੀ, ਬਹੁਤ ਵੱਡਾ ਚੈਨਲ ਆਇਆ ਸੀ, ਬੜਾ ਪੈਸਾ ਲਾਇਆ ਸੀ, ਉਹ ਸਾਰਾ ਯੂਪੀ ਦਾ ਤੇ ਨੋਇਡਾ ਦਾ ਭੂ ਮਾਫੀਆ ਦਾ ਪੈਸਾ। ਠੀਕ ਹੈ ਜੀ, ਠੀਕ ਹੈ। ਫਿਰ ਉਹਨਾਂ ਨੇ ਕਿਹਾ ਕਿ ਜਿਹੜਾ ਰੀਅਲ ਸਟੇਟ ਦਾ ਕੰਮ ਕਰਦਾ ਉਹਨੂੰ ਤੇ ਚਿੱਟ ਫੰਡ ਦੇ ਵਿੱਚ ਹੈਗਾ ਉਹਨੂੰ ਲਾਇਸੈਂਸ ਨਹੀਂ ਮਿਲੂਗਾ। ਆਪਣੇ ਪੰਜਾਬ ਦੇ ਕਈ ਬੰਦੇ ਨੇ ਵੀ ਖੋਲ੍ਹੇ ਸੀ। ਬਿਲਕੁਲ ਬਿਲਕੁਲ। ਢਿੱਲੋਂ ਸਾਹਿਬ, ਇੱਕ ਫੋਟੋ ਬੜੀ ਵਾਇਰਲ ਹੋ ਰਹੀ ਹੈ ਚੰਨੀ ਸਾਹਿਬ ਤੇ ਡੇਰਾ ਬਿਆਸ ਰਾਧਾ ਸਵਾਮੀ ਦੇ ਮੁਖੀ ਦੀ ਪਰਿਵਾਰ ਦੀ, ਇਹ ਮੁਲਾਕਾਤ ਕਿੱਥੇ ਹੋਈ ਹੈ ਜੀ? ਕੀ ਮਹਿਣੇ ਹੈ ਇਹਦੇ? ਦੇਖੋ ਦਾਨੇਲੀਆ ਸਾਹਿਬ, ਡੇਰਾ ਜਿਹੜਾ ਬਿਆਸ ਹੈ, ਡੇਰਾ ਬਿਆਸ ਤੇ ਡੇਰਾ ਸੱਚਾ ਸੌਦਾ, ਜੇ ਆਪਾਂ ਇਹਨਾਂ ਨੂੰ ਕੰਪੇਅਰ ਕਰੀਏ ਤਾਂ ਬਹੁਤ ਫਰਕ ਹੈ। ਤੇ ਮੈਂ ਬਹੁਤ ਫਰਕ ਸਮਝਦਾ। ਮੈਂ ਇਹਨਾਂ ਕਿ ਇਹਦੇ ਨਾਲ ਜਿਹੜੇ ਡੇਰਾ ਬਿਆਸ ਨਾਲ ਜੁੜੇ ਹੋਏ ਲੋਕ ਹੈ ਨਾ, ਉਹ ਬਹੁਤ ਜ਼ਿਆਦਾ ਸਿਵਲਾਈਜ਼ਡ ਹੈ ਜੀ। ਉਹ ਕਦੇ ਵੀ ਵਾਇਲੈਂਟ ਨਹੀਂ ਹੁੰਦੇ, ਉਹ ਕਦੇ ਵੀ ਆਪੇ ਤੋਂ ਬਾਹਰ ਨਹੀਂ ਹੁੰਦੇ ਜੀ, ਔਰ ਬੜੀ ਨਿਮਰਤਾ ਦੇ ਨਾਲ, ਬੜੀ ਹਲੀਮੀ ਦੇ ਨਾਲ ਉਹ ਪੇਸ਼ ਆਉਂਦੇ ਆ ਆਮ ਲੋਕਾਂ ਨੂੰ। ਔਰ ਜਿੱਥੋਂ ਤੱਕ ਡੇਰਾ ਸੱਚਾ ਸੌਦਾ ਵਾਲਿਆਂ ਦਾ ਸੰਬੰਧ ਹੈ, ਇਹਨਾਂ ਦੇ ਬਾਰੇ ਸਮਝਿਆ ਕਿ ਇਹਨਾਂ ਦਾ ਸੁਭਾਅ ਥੋੜਾ ਜਿਹਾ ਕੱਬਾ ਹੁੰਦਾ ਹੈ, ਕੁਰਖਤ ਹੁੰਦਾ ਹੈ, ਤੇ ਬੜੀਆਂ ਗੱਲ ਇਹਨਾਂ ਦੇ ਨਾਲ ਘਟਨਾਵਾਂ ਜੁੜੀਆਂ ਹੋਈਆਂ ਜੀ। ਲੇਕਿਨ ਡੇਰਾ ਬਿਆਸ ਦੇ ਨਾਲ ਕਦੇ ਵੀ ਆਪਾਂ ਕੋਈ ਇਸ ਕਿਸਮ ਦੀ ਗੱਲ ਨਹੀਂ ਦੇਖੀ। ਹਾਂ, ਇੱਕ ਗੱਲ ਹੋਈ ਸੀ, ਸਰਦਾਰ ਬਲਦੇਵ ਸਿੰਘ ਸਿਰਸਾ ਜਿਹੜੇ ਇਸ ਵੇਲੇ ਕਿਸਾਨ ਅੰਦੋਲਨ ਦੇ ਵਿੱਚ ਵੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ, ਉਹਨਾਂ ਨੇ ਇੱਕ ਧਰਨਾ ਲਾਇਆ ਸੀ ਬਿਆਸ ਦੇ ਕੋਲ। ਉਹਨਾਂ ਨੇ ਧਰਨਾ ਲਾਇਆ ਸੀ ਕਿ ਕਿਸੇ ਗਰੀਬ ਜਿਹੜਾ ਹੈਗਾ ਜ਼ਿਮੀਂਦਾਰ, ਗਰੀਬ ਕਿਸਾਨ ਆ, ਉਹਦੀ ਜ਼ਮੀਨ ਜਿਹੜੀ ਇਹਨਾਂ ਵੱਲੋਂ ਹੜੱਪੀ ਜਾ ਰਹੀ ਹੈ। ਉਹ ਲੜਾਈ ਬਾਵਾ ਲੰਬੀ ਲੜੀ ਸੀ ਜੀ। ਉਹਨਾਂ ਦਿਨਾਂ ਦੇ ਵਿੱਚ ਇਹ ਵੀ ਇਲਜ਼ਾਮ ਲੱਗਦਾ ਹੁੰਦਾ ਸੀ ਕਿ ਇੱਕ ਗੁਰੂ ਘਰ ਵੀ ਸੀ ਇੱਕ ਪਿੰਡ ਦਾ, ਉਹ ਵੀ ਵਿੱਚ ਆ ਗਿਆ ਸੀ। ਉਹਦੇ 'ਚ ਕਾਫੀ ਮਤਲਬ ਗੱਲ ਗਾਂਹ ਵੱਧ ਗਈ ਸੀ, ਤੇ ਸੰਤ ਬਲਜੀਤ ਸਿੰਘ ਦਾਦੂ ਵਾਲੇ ਹੋਰਾਂ ਨੇ ਵੀ ਉਹਦੇ ਵਿੱਚ ਜਾ ਕੇ ਮੋਰਚੇ ਦੇ ਵਿੱਚ ਕੋਈ ਥੋੜਾ ਬਹੁਤਾ ਕੀਤਾ ਸੀ। ਫਿਰ ਅਚਨਚੇਤ ਖਬਰ ਆਉਂਦੀ ਹੈ ਕਿ ਡੇਰਾ ਬਿਆਸ ਦੇ ਜਿਹੜੇ ਹੈਗੇ ਆ ਮੁਖੀ ਬਾਬਾ ਗੁਰਿੰਦਰ ਸਿੰਘ ਜੀ, ਤੇ ਬਾਬਾ ਗੁਰਿੰਦਰ ਸਿੰਘ ਹੋਰੀ ਅਚਨਚੇਤ ਡੇਰਾ ਦਾਦੂ ਵਾਲਾ ਸਾਹਿਬ ਪਹੁੰਚ ਜਾਂਦੇ ਆ, ਗੁਰਦੁਆਰਾ ਸਾਹਿਬ। ਬਿਲਕੁਲ। ਬਲਜੀਤ ਸਿੰਘ ਦਾਦੂ ਨਾਲ ਗੱਲਬਾਤ ਕਰਦੇ। ਮੈਂ ਇਸ ਗੱਲ ਦੇ ਉੱਤੇ ਹੈਰਾਨ ਸੀ, ਤੇ ਫਿਰ ਪਤਾ ਲੱਗਿਆ ਕਿ ਉਹਨਾਂ ਨੇ ਸਰਦਾਰ ਸਿਮਰਜੀਤ ਸਿੰਘ ਮਾਨ ਨਾਲ ਵੀ ਗੱਲ ਮੁਲਾਕਾਤ ਕੀਤੀ, ਔਰ ਉਹਦੇ 'ਚੋਂ ਫਿਰ ਉਹਨਾਂ ਨੇ ਹੱਲ ਕੱਢ ਲਿਆ ਸੀ ਕਿ ਗੁਰਦੁਆਰਾ ਸਾਹਿਬ ਵਾਲਾ ਗੱਲ, ਕਿ ਗੁਰਦੁਆਰਾ ਸਾਹਿਬ ਆਪਾਂ ਕਿਤੇ ਹੋਰ ਸ਼ਿਫਟ ਕਰ ਦਿੰਦੇ ਹਾਂ, ਜ਼ਮੀਨ ਦੇ ਦਿੰਦੇ ਹਾਂ। ਉਹ ਮਾਮਲਾ ਨਿਪਟ ਗਿਆ ਸੀ। ਇਹੋ ਜਿਹੀ ਤਾਂ ਕੋਈ ਨਿੱਕੀ ਮੋਟੀ ਗੱਲ ਲੱਗਦੀ ਰਹੀ ਹੈ ਕਿ ਆਪਣੇ ਡੇਰੇ ਦੇ ਵਿਸਥਾਰ ਵਾਸਤੇ ਉਹਨਾਂ ਨੇ ਕੋਈ ਕਾਰਵਾਈ ਕੀਤੀ ਹੈ। ਬਾਕੀ ਜਾਂ ਬਸ ਰਣਬੈਕਸੀ ਵਾਲਿਆਂ ਦਾ ਪਰਿਵਾਰਕ ਰੌਲਾ ਆਪਾਂ ਉਹਦੇ 'ਚ ਨਾ ਪਈਏ, ਉਹਦੇ 'ਚ ਨਾ ਪਈਏ। ਬਾਕੀ ਇਹਨਾਂ ਦੇ ਉੱਤੇ ਕਦੇ ਕੋਈ ਵੀ ਗੱਲ ਨਹੀਂ ਸੀ ਪੈਂਦੀ ਜੀ। ਲੇਕਿਨ ਰਾਜਨੀਤਿਕ ਪੱਖ ਤੋਂ ਜੇ ਆਪਾਂ ਦੇਖੀਏ, ਇਸ ਡੇਰੇ ਨੂੰ ਅਹਿਮੀਅਤ ਬਹੁਤ ਦਿੱਤੀ ਜਾਂਦੀ ਹੈ। ਤੁਸੀਂ ਯਾਦ ਕਰੋ ਹੰਸਰਾਜ ਹੰਸ ਜੀ, ਹੰਸਰਾਜ ਹੰਸ ਇਸ ਵੇਲੇ ਪਾਰਲੀਮੈਂਟ ਦਾ ਮੈਂਬਰ ਆ ਭਾਰਤੀ ਜਨਤਾ ਪਾਰਟੀ ਦਾ। ਕਿਸੇ ਵੇਲੇ ਉਹ ਪੰਜਾਬ ਦੀ ਕਾਂਗਰਸ ਪਾਰਟੀ ਦੇ ਵਿੱਚ ਵੀ ਸ਼ਾਮਲ ਹੋਇਆ ਸੀ। ਬਿਲਕੁਲ ਬਿਲਕੁਲ। ਔਰ ਉਹਨੂੰ ਰਾਜ ਸਭਾ ਦਾ ਟਿਕਟ ਦੇਣ ਦਾ ਫੈਸਲਾ ਹੋ ਗਿਆ ਸੀ ਜੀ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹੁੰਦਾ ਸੀ,
ਬੰਦਾ ਬਾਹਰ ਸੀ, ਵਿਦੇਸ਼ 'ਚੋਂ ਬੁਲਾ ਲਿਆ ਸੀ ਕਿ ਆਓ ਭਾਈ ਤੁਸੀਂ ਨੋਮੀਨੇਸ਼ਨ ਪੇਪਰ ਫਾਈਲ ਕਰ ਦਿਓ। ਹੂੰ ਉਹ ਨੋਮੀਨੇਸ਼ਨ ਪੇਪਰ ਫਾਈਲ ਕਰਨ ਵਾਸਤੇ ਆਇਆ ਸੀ ਤੇ ਉਸੇ ਸਮੇਂ ਦੌਰਾਨ ਇੱਕ ਰੌਲਾ ਹੋਰ ਪੈ ਗਿਆ ਸੀ ਕਿ ਇਹਨੂੰ ਕਿਉਂ, ਜੀ ਟਕਸਾਲੀਆਂ ਨੂੰ ਕਿਉਂ ਨਹੀਂ। ਹੂੰ ਤੇ ਉਦੋਂ ਫਿਰ ਸ਼ਮਸ਼ੇਰ ਸਿੰਘ ਦੂਲੋ ਦੀ ਲਾਟਰੀ ਨਿਕਲ ਆਈ ਸੀ, ਉਹਦਾ ਨਾਂ ਕੱਟਿਆ ਗਿਆ ਸੀ। ਕੱਟਿਆ ਗਿਆ ਸੀ ਜੀ। ਉਹੀ ਹੰਸਰਾਜ ਹੰਸ ਇੱਕ ਵਾਰੀ ਹੈਲੀਕਾਪਟਰ ਤੇ ਰਾਹੁਲ ਗਾਂਧੀ ਨਾਲ ਸਫ਼ਰ ਕਰਦਾ ਹੈ ਜੀ। ਔਰ ਉਹ ਹੈਲੀਕਾਪਟਰ ਜਾ ਕੇ ਉਤਰਿਆ ਕਿੱਥੇ ਸੀ? ਬਿਆਸ। ਬਿਆਸ। ਰਾਹੁਲ ਗਾਂਧੀ ਵੀ ਡੇਰਾ ਬਿਆਸ ਦੇ ਵਿੱਚ ਸੰਤ ਜਿਹੜੇ ਬਾਬਾ ਗੁਰਿੰਦਰ ਸਿੰਘ ਹੈ ਇਹਨਾਂ ਨਾਲ ਗੱਲਬਾਤ ਕਰਨ ਵਾਸਤੇ ਆਇਆ ਸੀ ਜੀ। ਡੇਰਾ ਬਿਆਸ ਦੇ ਦੌਰੇ ਦੇ ਉੱਤੇ ਲਗਭਗ ਸਾਰੇ ਹੀ ਲੀਡਰ ਜਾਂਦੇ ਆ। ਕੈਪਟਨ ਅਮਰਿੰਦਰ ਸਿੰਘ ਬੜੇ ਵਾਰੀ ਗਏ ਹੈ, ਸਰਦਾਰ ਪ੍ਰਤਾਪ ਸਿੰਘ ਬਾਜਵਾ ਗਏ ਹੈ, ਹੁਣ ਮੇਰਾ ਖਿਆਲ ਹੈ ਨਵਜੋਤ ਸਿੰਘ ਸਿੱਧੂ ਵੀ ਜਾ ਕੇ ਆਏ ਹੈ ਜੀ। ਚੰਨੀ ਸਾਹਿਬ ਵੀ ਪਿਛਲੇ ਦਿਨਾਂ ਦੇ ਵਿੱਚ ਜਾ ਕੇ ਆਏ ਹੈ। ਪਰ ਪਿਛਲੇ ਦਿਨ ਚੰਨੀ ਸਾਹਿਬ ਕਹਿੰਦੇ ਆਪਦੇ ਪਰਿਵਾਰ ਸਮੇਤ ਹੀ ਗਏ ਸੀ ਤੇ ਉਦੋਂ ਕਹਿੰਦੇ ਉਹਨਾਂ ਨੇ ਕਿਹਾ ਵੀ ਸੀ ਜੀ ਕਦੇ ਸਾਡੇ ਘਰੇ ਚਰਨ ਪਾਇਓ। ਇਹ ਅਖਬਾਰਾਂ 'ਚ ਅੱਜ ਗੱਲ ਆਈ ਹੈ, ਪਹਿਲਾਂ ਨਹੀਂ ਆਈ। ਪਹਿਲਾਂ ਨਹੀਂ ਸੀ, ਫੋਟੋ ਹੁਣ ਆਈ ਹੈ। ਮਤਲਬ ਕਿ ਜਦੋਂ ਫੋਟੋ ਬਾਹਰ ਆ ਗਈ ਫਿਰ ਪੇਜ ਸਰਕਾਰ ਗਵਰਨਮੈਂਟ ਆਫ ਪੰਜਾਬ ਦੇ ਪੇਜ ਤੇ ਵੀ ਪੈ ਗਈ ਤੇ ਚੰਨੀ ਸਾਹਿਬ ਦੇ ਪੇਜ ਤੇ ਫੋਟੋ ਪੈ ਗਈ। ਚੰਨੀ ਸਾਹਿਬ ਤੇ ਪੈ ਗਈ ਜਦੋਂ ਬਾਹਰ ਆ ਗਈ, ਪਹਿਲਾਂ ਲੁਕੋ ਰੱਖਿਆ, ਉਦੋਂ ਪਹਿਲਾਂ ਲੁਕੋ ਰੱਖਿਆ। ਕੱਲ ਅਚਨਚੇਤ ਜਿਹੜੇ ਹੈਗੇ ਆ ਬਾਬਾ ਗੁਰਿੰਦਰ ਸਿੰਘ ਹੁਣੀ ਆਉਂਦੇ ਆ ਮੋਰਿੰਡਾ। ਅੱਛਾ ਜੀ। ਪਹਿਲਾਂ ਉਹਨਾਂ ਨੇ ਜਿਹੜਾ ਡੇਰਾ ਬਿਆਸ ਦਾ ਉੱਥੇ ਇੱਕ ਡੇਰਾ ਬਣਿਆ ਹੋਇਆ ਹੈ, ਉੱਥੇ ਉਹਨਾਂ ਨੇ ਸਤਸੰਗ ਕੀਤੀ। ਕੁਝ ਸਮਾਂ ਉਹਨਾਂ ਨੇ ਸਤਸੰਗ ਦੇ ਵਿੱਚ ਲਾਇਆ ਔਰ ਚੰਨੀ ਸਾਹਿਬ ਵੀ ਉਸ ਸਤਸੰਗ ਦੇ ਵਿੱਚ ਮੌਜੂਦ ਸੀ ਜੀ। ਫਿਰ ਚੰਨੀ ਸਾਹਿਬ ਦੀ ਗੱਡੀ ਦੇ ਵਿੱਚ ਹੀ ਬੈਠ ਕੇ ਉਹ ਉਹਨਾਂ ਦੇ ਘਰ ਆਉਂਦੇ। ਘਰ ਆ ਕੇ ਲਗਭਗ 1.5 ਘੰਟਾ ਉਹਨਾਂ ਦੀ ਮੀਟਿੰਗ ਹੁੰਦੀ ਹੈ ਜੀ। ਚੰਨੀ ਸਾਹਿਬ ਨੂੰ ਮਿਲਣ ਵਾਸਤੇ ਹਲਕੇ ਦੇ ਲੋਕ ਹੋਰ ਆਏ ਸੀ, ਲੇਕਿਨ ਉਹਨਾਂ ਨੂੰ ਸਾਰਿਆਂ ਨੂੰ ਕਹਿੰਦਾ ਤੁਸੀਂ ਬਾਹਰ ਚਲੇ ਜਾਓ ਜੀ। ਬਾਹਰ ਪੱਤਰਕਾਰ ਖੜੋਤੇ ਸੀ ਤੇ ਪੱਤਰਕਾਰ ਜਦੋਂ ਵਾਰ-ਵਾਰ ਪੁੱਛਦੇ ਸੀ ਵੀ ਕੀ ਗੱਲ, ਉਹ ਕਹਿੰਦੇ ਜੀ ਚੰਨੀ ਸਾਹਿਬ ਨੇ ਜਵਾਬ ਦਿੱਤਾ ਵੀ ਜਿੰਨੀ ਦੇਰ ਤੱਕ ਬਾਬਾ ਜੀ ਇੱਥੇ ਉਨੀ ਦੇਰ ਕਿਸੇ ਨਾਲ ਹੋਰ ਅਸੀਂ ਗੱਲ ਨਹੀਂ ਕਰਨੀ, ਬਾਹਰ ਚਲੇ ਜਾਓ ਜੀ, ਬਾਹਰ ਚਲੇ ਜਾਓ। ਸਾਰੇ ਲੋਕ ਖੜੇ ਰਹੇ। ਕਹਿੰਦੇ ਕਿਵੇਂ ਆਏ ਹੈ ਤੇ ਫਿਰ ਇੱਕ ਇਹ ਗੱਲ ਆ ਗਈ ਅਖਬਾਰਾਂ ਦੇ ਵਿੱਚ, ਅੱਜ ਕੁਛ ਅਖਬਾਰਾਂ 'ਚ ਲੱਗੀ ਹੈ ਵੀ ਚੰਨੀ ਸਾਹਿਬ ਗਏ ਸੀ ਜਦੋਂ ਬਿਆਸ ਤੇ, ਉਦੋਂ ਉਹਨਾਂ ਨੇ ਕਿਹਾ ਸੀ ਜੀ ਸਾਡੇ ਘਰ ਚਰਨ ਪਾਇਓ ਜੀ। ਤੇ ਉਹ ਚਰਨ ਪਾਉਣ ਵਾਸਤੇ ਸਹਿਮਤ ਹੋ ਗਏ ਸੀ ਤੇ ਅੱਜ ਆ ਗਏ। ਪਿਛਲੇ ਦਿਨਾਂ 'ਚ ਤੁਸੀਂ ਦੇਖਿਆ ਹੋਣਾ ਕਿ ਚੰਨੀ ਸਾਹਿਬ ਜਦੋਂ ਰਾਮਾ ਮੰਡੀ ਆਏ ਹੈ ਉਦੋਂ ਤਖਤ ਦਮਦਮਾ ਸਾਹਿਬ ਵੀ ਜਾ ਕੇ ਆਏ ਸੀ, ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਮਿਲ ਕੇ ਆਏ ਸੀ। ਉਹਨਾਂ ਨੇ ਫੂਡ ਸਟਰੀਟ ਦੀ ਵੀ ਗੱਲ ਕਹੀ ਸੀਗੀ। ਔਰ ਤੁਹਾਨੂੰ ਇਹ ਵੀ ਪਤਾ ਕਿ ਉਹਨਾਂ ਦੇ ਬੇਟੇ ਦੀ ਜਦੋਂ ਮੈਰਿਜ ਹੋਈ ਆਨੰਦ ਕਾਰਜ ਵੀ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਕੀਤੇ ਸੀਗੇ। ਸਾਨੂੰ ਕੋਈ ਇਤਰਾਜ਼ ਨਹੀਂ ਹੋਇਆ ਤੇ। ਪਰ ਹੁਣ ਜਿਹੜੇ ਡੇਰਾ ਬਿਆਸ ਵਾਲੇ ਇਹ ਬਹੁਤ ਘੱਟ ਜਾਂਦੇ ਹੁੰਦੇ ਸੀ। ਇਹਨਾਂ ਦੇ ਆਉਣ ਦਾ ਕਾਰਨ ਕੀ ਹੈ ਜੀ? ਬਾਕੀ ਸਾਰੇ ਅਖਬਾਰਾਂ ਨੇ ਇਹਨੂੰ ਇੱਕ ਸਦਭਾਵਨਾ ਵਾਲੀ ਫੇਰੀ ਦੱਸਿਆ ਕਿ ਜੀ ਕਿਉਂਕਿ ਉਹ ਕਹਿ ਕੇ ਆਏ ਸੀ ਤੇ ਆ ਗਏ ਹੈ। ਮੇਰਾ ਖਿਆਲ ਹੈ ਵੀ ਚੰਨੀ ਸਾਹਿਬ ਮੁੱਖ ਮੰਤਰੀ ਬਣੇ ਤਾਂ ਆਏ। ਪਹਿਲਾਂ ਤਾਂ ਚੰਨੀ ਸਾਹਿਬ ਦੇ ਘਰੇ ਕੋਈ ਮੇਰਾ ਖਿਆਲ ਹੈ ਇਸ ਕਿਸਮ ਦਾ ਧਾਰਮਿਕ ਆਗੂ ਨਹੀਂ ਗਿਆ। ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਕਦੇ ਨਹੀਂ ਗਏ ਤੇ ਡੇਰਾ ਜਿਹੜਾ ਹੈਗਾ ਬਿਆਸ ਵਾਲੇ ਵੀ ਨਹੀਂ ਆਏ। ਇੱਕ ਅਖਬਾਰ ਹੈ ਹਿੰਦੀ ਦਾ ਜੀ ਜਿਹਨੂੰ ਆਪਾਂ ਭਾਸਕਰ ਅਖਬਾਰ ਕਹਿੰਦੇ, ਉਹੀ ਕੱਢਦਾ ਅੱਜ ਕੱਲ੍ਹ ਚੰਗਿਆੜੇ। ਭਾਸਕਰ ਦੇ ਵਿੱਚ ਇੱਕ ਲਾਈਨ ਲੱਗੀ ਵੀ ਹੈ। ਲਾਈਨ ਖਬਰ ਛੋਟੀ ਹੈ ਲੇਕਿਨ ਅਰਥ ਬਹੁਤ ਵੱਡੀ ਹੈ। ਤੁਹਾਡੇ ਯਾਦ ਹੋਣਾ ਹੈ ਦਾਨੇਵਾਲੀਆ ਸਾਹਿਬ ਜਦੋਂ ਸਰਦਾਰਨੀ ਸੁਰਿੰਦਰ ਕੌਰ ਬਾਦਲ ਦੀ ਮੌਤ ਹੋਈ ਹੈ ਜੀ, ਤੁਸੀਂ ਉਦੋਂ ਡੇ ਐਂਡ ਨਾਈਟ ਚ ਕੰਮ ਕਰਦੇ ਸੀ, ਤੁਸੀਂ ਗਏ ਸੀ। ਮੈਂ ਬਤੌਰ ਪੱਤਰਕਾਰ ਜਾਣਾ, ਸਾਡਾ ਭਾਈਚਾਰਾ ਵੀ ਹੈ ਉਹਦਾ ਕਰਕੇ ਵੀ ਜਾਣਾ ਪੈਣਾ ਸੀ। ਆਪਾਂ ਸਾਰੇ ਖਲੋਤੇ ਹਾਂ ਤੇ ਫਿਰ ਇੱਕਦਮ ਸਾਰੇ ਜਿਹੜੇ ਹੈਗੇ ਆ ਸ਼ਮਸ਼ਾਨ ਘਾਟ ਦੇ ਜਿਹੜੇ ਲੋਕ ਸੀ ਉਹਨਾਂ ਦੇ ਵਿੱਚ ਨਕਲੋ ਹਰਕਤ ਫੈਲ ਗਈ ਸੀ। ਜਦੋਂ ਬਾਬਾ ਗੁਰਿੰਦਰ ਸਿੰਘ ਉੱਥੇ ਪਹੁੰਚ ਗਏ, ਸਾਹਮਣੇ ਜਾ ਕੇ ਬੈਠੇ ਹੈ ਤੇ ਫਿਰ ਜਦੋਂ ਬਾਬਾ ਗੁਰਿੰਦਰ ਸਿੰਘ ਹੋਣੀ ਵਿਦਾ ਹੋਏ ਆ ਉੱਥੋਂ, ਉਹਨਾਂ ਨੂੰ ਵਿਦਾ ਕਰਨ ਵਾਸਤੇ VVIP ਕਿਵੇਂ ਉਤਸੁਕਤਾ ਦਿਖਾ ਰਹੇ ਸੀ, ਉਹਨਾਂ ਦੇ ਨਾਲ ਜਾ ਰਹੇ ਸੀ, ਗੋਡੀ ਹੱਥ ਵੀ ਲੱਗਦੇ ਸੀ, ਸਾਰਾ ਕੁਝ ਲੱਗਦੇ ਸੀ। ਮੈਂ ਹੈਰਾਨ ਸੀ ਇਸ ਗੱਲ ਦਾ ਕਿ ਇੱਕ ਧਾਰਮਿਕ ਆਗੂ ਇਸ ਤਰ੍ਹਾਂ ਹੋਣਾ ਵੀ ਬਾਦਲ ਪਰਿਵਾਰ ਨਾਲ, ਕਿਉਂਕਿ ਜਿੰਨੀ ਕੁ ਮੈਨੂੰ ਜਾਣਕਾਰੀ ਹੈ ਮੈਂ ਰਿਸ਼ਤੇਦਾਰੀਆਂ 'ਚ ਨਿਗਾਹ ਨੂਗਾਹ ਮਾਰੀ, ਕੋਈ ਗੱਲ ਬਣਦੀ ਨਹੀਂ ਸੀ। ਅਚਨਚੇਤ ਪਤਾ ਲੱਗਿਆ ਕਹਿੰਦੇ ਜੀ ਰਿਸ਼ਤੇਦਾਰੀ ਵੀ ਹੈਗੀ ਬਿਲਕੁਲ ਹੈਗੀ। ਬਿਕਰਮ ਸਿੰਘ ਮਜੀਠੀਆ ਇਹਨਾਂ ਦੇ ਪਰਿਵਾਰ 'ਚ ਉਹਨਾਂ ਦੀ ਮੈਰਿਡ ਹੈ। ਹਾਂਜੀ, ਜਨੇਲੀਆ ਕੀ ਹੈ ਕੁੜੀ ਦਾ ਨਾਂ, ਗਰੇਵਾਲ, ਹਾਂ ਪਤਾ ਨਹੀਂ, ਅਮਰੀਕਾ ਰਹਿੰਦੇ ਨੇ। ਅੱਛਾ। ਹੁਣ ਕੱਲ ਬਿਕਰਮ ਸਿੰਘ ਮਜੀਠੀਆ ਤੇ FIR ਦਰਜ ਹੁੰਦੀ ਹੈ। ਕੱਲ ਹੀ ਉਹਦੀਆਂ ਮਤਲਬ ਜਿਹੜੀਆਂ ਕੱਲ ਹੀ ਲੋਕਾਂ 'ਚ ਤਾਂ ਜਨਤਕ ਕੱਲ ਹੁੰਦੀ ਹੈ, ਇਹਨਾਂ ਨੂੰ ਪਰਸੋਂ ਲੱਗੀ FIR ਪਤਾ ਲੱਗੀ। ਭਾਸਕਰ ਨੇ ਕਿਹਾ ਕਿ ਅਸਲ ਦੇ ਵਿੱਚ ਬਾਬਾ ਜੀ ਜਿਹੜੇ ਆਏ ਸੀ, ਬਾਬਾ ਜੀ ਬਿਕਰਮ ਸਿੰਘ ਮਜੀਠੀਆ ਦੇ ਕੇਸ ਦੇ ਸੰਬੰਧ ਵਿੱਚ ਆਏ ਸੀ ਚੰਨੀ ਸਾਹਿਬ ਨੂੰ ਮਿਲਣ ਲਈ। ਅੱਛਾ ਜੀ। ਹੁਣ ਮੈਨੂੰ ਨਹੀਂ ਪਤਾ ਵੀ ਇਹਦੇ ਵਿੱਚ ਅਸੀਂ ਪੁਸ਼ਟੀ ਨਹੀਂ ਕਰ ਸਕਦੇ, ਅਖਬਾਰ ਦੀ ਖਬਰ ਹੈ ਜੀ, ਉਹਨਾਂ ਦੇ ਪੱਤਰਕਾਰ ਦੇ ਕੋਲੇ ਕਿਹੜੇ ਸੋਰਸ ਤੋਂ ਕਿੱਥੋਂ ਇਹ ਗੱਲ ਆਈ ਹੈ। ਤੇ ਜੇ ਅਜਿਹੀ ਗੱਲ ਆਈ ਹੈ ਤਾਂ ਫਿਰ ਸਾਧੂਆਂ ਸੰਤਾਂ ਦੇ ਵਿੱਚ ਤੇ ਦੁਨੀਆਦਾਰੀ ਦੇ ਲੋਕਾਂ ਦੇ ਵਿੱਚ ਕੋਈ ਫਰਕ ਨਹੀਂ ਹੈ। ਖੈਰ ਅਸੀਂ ਸਤਿਕਾਰ ਕਰਦੇ ਹਾਂ ਸਾਰੇ ਧਰਮਾਂ ਦਾ, ਸਾਰੇ ਜਿੰਨੇ ਫਿਰਕੇ ਅਸੀਂ ਉਹਨਾਂ ਦਾ ਵੀ ਸਤਿਕਾਰ ਕਰਦੇ ਹਾਂ। ਅਸੀਂ ਆਪਦੇ ਕੋਲੋਂ ਕਿਸੇ ਦੇ ਖਿਲਾਫ ਕੁਛ ਨਹੀਂ ਕਹਿੰਦੇ, ਲੇਕਿਨ ਜਿਹੜੀ ਦੰਦ ਕਥਾ ਹੈ,
ਦੰਦ ਕਥਾ 'ਚ ਕੋਈ ਨਾ ਕੋਈ ਸੱਚਾਈ ਤਾਂ ਹੁੰਦੀ ਹੈ ਜੀ। ਸੋ ਦੰਦ ਕਥਾ ਹੀ ਤਾਂ ਇੱਕ ਚੀਜ਼ ਹੈ ਜੀ, ਦੰਦ ਕਥਾ ਨੇ ਬੜਾ ਕੁਝ ਕਰ ਦੇਣਾ ਜੀ। ਸਾਰਾ ਕੁਝ। ਤੇ ਹੁਣ ਆਪਾਂ ਉੱਤਰਾਖੰਡ ਦੇ ਜਿਹੜੇ ਇੱਕ ਆਪਣੇ ਕਾਂਗਰਸ ਸੀਗੀ ਉਹਦੇ 'ਚ ਬਗਾਵਤੀ ਆ ਗਏ, ਤੇ ਉੱਤਰਾਖੰਡ ਦਾ ਹਰੀਸ਼ ਰਾਵਤ ਜੀ ਪੰਜਾਬ 'ਚ ਬੜੇ ਰਾਜੀਨਾਮੇ ਕਰਾਉਂਦੇ ਫਿਰਦੇ। ਕੱਲ੍ਹ ਆਪ ਚੰਗਿਆੜ ਮਾਰ ਗਏ, ਕਹਿੰਦੇ ਮੈਨੂੰ ਤਾਂ ਮੇਰੀ ਪਾਰਟੀ ਕਹਿੰਦੇ ਸਾਥ ਨਹੀਂ ਦੇ ਰਹੀ, ਕਹਿੰਦੀ ਮੇਰਾ ਸੰਗਠਨ ਸਾਥ ਨਹੀਂ ਦੇ ਰਿਹਾ। ਦਾਨੇਵਾਲੀਆ ਸਾਹਿਬ ਜਦੋਂ ਉੱਤਰਾਖੰਡ ਤੋਂ ਪੰਜਾਬ ਨੂੰ ਆਉਂਦੇ ਹੁੰਦੇ ਸੀ ਰਾਵਤ ਸਾਹਿਬ, ਉਦੋਂ ਸਾਰੇ ਪਾਸੇ ਰਾਵਤ ਹੀ ਪਈ ਹੁੰਦੀ ਸੀ ਜੀ। ਔਰ ਬਹੁਤ ਅਹਿਮੀਅਤ ਸੀ ਉਹਨਾਂ ਦੀ। ਕਦੇ ਪੰਜਾਬ ਸਰਕਾਰ ਦਾ ਹੈਲੀਕਾਪਟਰ ਲੈਣ ਜਾਂਦਾ ਉਹਨਾਂ ਨੂੰ, ਕਦੇ ਉਹਨਾਂ ਨੂੰ ਛੱਡਣ ਜਾਂਦਾ। ਤੇ ਜਦੋਂ ਫਿਰ ਕਾਂਗਰਸ ਪਾਰਟੀ ਦਾ ਅਜੇ ਕਲੇਸ਼ ਬਹੁਤਾ ਵਧਿਆ ਨਹੀਂ ਸੀ ਜੀ, ਤੁਸੀਂ ਦੇਖੋ ਕਿ ਅਚਨਚੇਤ ਰਾਵਤ ਸਾਹਿਬ ਜਿਹੜੇ ਪੰਜਾਬ ਦੇ ਇੰਚਾਰਜ ਲੱਗਦੇ ਹੈ। ਕਿਸੇ ਨੂੰ ਕੋਈ ਵੀ ਜਿਹੜਾ ਬੰਦਾ ਆਪ ਇਲੈਕਸ਼ਨ ਦਾ ਸਾਹਮਣਾ ਕਰ ਰਿਹਾ ਹੈ, ਉਹ ਬੰਦੇ ਨੂੰ ਇੰਚਾਰਜ ਲਾਤਾ ਤੇ ਉਹ ਆਪਦੇ ਇਲੈਕਸ਼ਨ ਦੀ ਤਿਆਰੀ ਕਿਵੇਂ ਕਰੂਗਾ? ਉਹਨਾਂ ਦੀ ਜਿਹੜੀ ਪਹਿਲੀ ਫੈਰੀ ਚਰਚਾ 'ਚ ਆਉਂਦੀ ਹੈ, ਉਹ ਆਉਂਦੀ ਹੈ ਅੰਮ੍ਰਿਤਸਰ ਸਾਹਿਬ ਦੀ ਜੀ। ਅੰਮ੍ਰਿਤਸਰ ਸਾਹਿਬ ਕਹਿੰਦੇ ਜੀ ਆਏ ਰਾਵਤ ਸਾਹਿਬ ਸਰਕਟ ਹਾਊਸ ਦੇ ਵਿੱਚ ਠਹਿਰਦੇ ਹੈ। ਉੱਥੇ ਨਵਜੋਤ ਸਿੰਘ ਸਿੱਧੂ ਹੁਣੀ ਆ ਜਾਂਦੇ, ਚਾਹ ਦਾ ਕੱਪ ਸਾਂਝਾ ਹੁੰਦਾ ਹੈ, ਕੁਛ ਗੱਲਾਂ ਬਾਤਾਂ ਹੁੰਦੀਆਂ। ਨਵਜੋਤ ਸਿੰਘ ਸਿੱਧੂ ਸੱਦਾ ਦਿੰਦੇ ਹੈ, ਸਵੇਰੇ ਬ੍ਰੇਕਫਾਸਟ ਉਹਨਾਂ ਦੇ ਘਰੇ ਕਰਦੇ ਹੈ। ਉੱਥੋਂ ਗੱਲ ਤੁਰਦੀ ਹੈ ਪੰਜਾਬ ਦੇ ਮੌਜੂਦਾ ਸੰਕਟ ਦੀ ਜੀ। ਲਓ ਜੀ, ਚਲਦਿਆਂ ਨਵਜੋਤ ਸਿੰਘ ਸਿੱਧੂ, ਕਿਉਂਕਿ ਉਹਨਾਂ ਦੇ ਕੋਲੋਂ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਲੋਕਲ ਬਾਡੀ ਦਾ ਮਹਿਕਮਾ ਵਾਪਸ ਲੈ ਲਿਆ ਸੀ ਔਰ ਉਹਨਾਂ ਨੂੰ ਦੇ ਦਿੱਤਾ ਸੀਗਾ ਇਲੈਕਟ੍ਰਿਸਿਟੀ ਦਾ ਮਹਿਕਮਾ ਜੀ, ਲੇਕਿਨ ਉਹਨਾਂ ਨੇ ਉਹ ਪ੍ਰਵਾਨ ਨਹੀਂ ਸੀ ਕੀਤਾ। ਅਖੀਰ ਉਹਨਾਂ ਨੇ ਰਿਜ਼ਾਈਨ ਦਿੱਤਾ ਸੀਗਾ, ਰਾਹੁਲ ਗਾਂਧੀ ਨੂੰ ਭੇਜਤਾ ਸੀ ਕਿ ਜੀ ਮੈਂ ਕੈਪਟਨ ਅਮਰਿੰਦਰ ਸਿੰਘ ਦੀ ਕੈਬਨਿਟ ਦੇ ਵਿੱਚ ਨਹੀਂ ਆਉਣਾ। ਤੇ ਫਿਰ ਹੌਲੀ ਹੌਲੀ ਉਹਨਾਂ ਨੂੰ ਮਨਾਇਆ ਗਿਆ ਵੀ ਤੁਸੀਂ, ਉਹ ਫਰਸਟ੍ਰੇਟ ਹੋਏ ਵੇ ਸੀ ਘਰੋਂ ਵੀ ਉੱਠੋ ਸਹੀ ਕੁਛ ਨਾ ਕੁਛ ਕਰਦੇ ਆ। ਉਹਨਾਂ ਨੂੰ ਫਿਰ ਤਿਆਰ ਕੀਤਾ ਗਿਆ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਬਗਾਵਤ ਲਈ। ਤੇ ਫਿਰ ਤਿਆਰ ਹੁੰਦਿਆਂ ਫਿਰ ਇੱਕ ਸਮਾਂ ਉਹ ਆਇਆ ਸੀ ਜੀ ਜਦੋਂ ਰਾਹੁਲ ਗਾਂਧੀ ਪੰਜਾਬ 'ਚ ਆਏ ਸੀ। ਤੇ ਉਹ ਵਿਸ਼ਾ ਕਿਹੜਾ ਸੀ, ਕਿਸ ਸਬਜੈਕਟ ਨੂੰ ਲੈ ਕੇ ਆਏ ਸੀ? ਉਹ ਲੈ ਕੇ ਆਏ ਸੀ ਖੇਤੀ ਕਾਨੂੰਨਾਂ ਨੂੰ। ਜੀ ਜੀ। ਪੰਜਾਬ ਤੇ ਹਰਿਆਣਾ ਦਾ ਦੌਰਾ ਸੀ ਤੇ ਉਹਦੇ ਵਾਸਤੇ ਇੱਕ ਫੰਕਸ਼ਨ ਰੱਖਿਆ ਹੋਇਆ ਸੀ ਬੱਧਨੀ ਕਲਾ। ਬੱਧਨੀ ਕਲਾ ਨਵਜੋਤ ਸਿੰਘ ਸਿੱਧੂ ਨੂੰ ਹਰੀਸ਼ ਰਾਵਤ ਦੇ ਨਾਲ ਲੈ ਕੇ ਆਏ ਸੀ। ਔਰ ਉਹਨਾਂ ਨੂੰ ਟਰੈਕਟਰ ਤੇ ਨਾ ਉੱਥੇ ਪਹਿਲਾਂ ਭਾਸ਼ਣ ਕਰਵਾਇਆ ਗਿਆ। ਜਦੋਂ ਭਾਸ਼ਣ ਕਰ ਰਹੇ ਸੀਗੇ ਨਵਜੋਤ ਸਿੰਘ ਸਿੱਧੂ ਤੇ ਥੋੜਾ ਜਿਹਾ ਸਮਾਂ ਜ਼ਿਆਦਾ ਲੈ ਗਏ ਜੀ। ਤੇ ਜਿਹੜਾ ਟਾਈਮ ਟੇਬਲ ਸੀ ਰਾਵਤ ਕੋਲੇ, ਰਾਵਤ ਨੇ ਉਸ ਟਾਈਮ ਟੇਬਲ ਨੂੰ ਮੱਦੇ ਨਜ਼ਰ ਰੱਖਦੇ ਹੋਏ ਇੱਕ ਚਿੱਠ ਲਿਖੀ ਤੇ ਮੰਚ ਸੰਚਾਲਕ ਸੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਫੜਾਈ ਕਿ ਆ ਫੜਾ ਦਿਓ। ਉਹਨੇ ਨਵਜੋਤ ਸਿੰਘ ਸਿੱਧੂ ਦੇ ਸਾਹਮਣੇ ਜਾ ਕੇ ਜਦੋਂ ਚਿੱਠ ਰੱਖੀ ਜੀ ਤੇ ਨਵਜੋਤ ਸਿੰਘ ਸਿੱਧੂ ਨੇ ਬੜੇ ਕੁਰਖਤ ਤਰੀਕੇ ਨਾਲ ਕਿਹਾ, ਚੱਲ ਪਰੇ ਯਾਰ, ਰਹਿਣ ਤੇ ਹੁਣ ਬਹੁਤ ਲੰਬਾ ਸਮਾਂ ਗਿਆ, ਹੁਣ ਨਹੀਂ ਮੈਂ ਚੁੱਪ ਕਰ ਸਕਦਾ। ਤੁਸੀਂ ਮੈਨੂੰ ਬੜਾ ਦਬਾ ਕੇ ਰੱਖਿਆ, ਮੈਨੂੰ ਫਲਾਣਾ ਕਰਕੇ ਉਹਨੇ ਪੂਰਾ ਆਪਣਾ ਜਿਹੜਾ ਹੈਗਾ ਗੁੱਸਾ ਕੱਢਿਆ। ਤੇ ਉਸੇ ਵੇਲੇ ਰਾਹੁਲ ਗਾਂਧੀ ਦੀ ਮੌਜੂਦਗੀ ਦੇ ਵਿੱਚ ਹੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਸੀ, ਸਿੱਧੂ ਸਾਹਿਬ ਮੈਂ ਆਪਦੇ ਵੱਲੋਂ ਕੁਛ ਨਹੀਂ ਦਿੱਤਾ, ਇਹ ਤਾਂ ਚਿੱਠ ਰਾਵਤ ਸਾਹਿਬ ਨੇ ਦਿੱਤੀ। ਤਾਂ ਪਤਾ ਉਦੋਂ ਹੀ ਲੱਗਿਆ ਸੀ, ਮੱਥਾ ਉਦੋਂ ਹੀ ਠਣਕ ਗਿਆ ਸੀ ਕਿ ਸਾਰੀ ਪੁਆੜੇ ਦੀ ਜੜ ਰਾਵਤ ਸਾਹਿਬ ਹੈ ਤੇ ਰਾਵਤ ਸਾਹਿਬ ਨੂੰ ਇੱਕ ਟਾਸਕ ਦਿੱਤਾ ਹੈ ਰਾਹੁਲ ਗਾਂਧੀ ਨੇ ਤੇ ਗਾਂਧੀ ਫੈਮਿਲੀ ਨੇ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਾਂ ਲਾਂਭੇ ਕਰ ਰਹੇ। ਉੱਥੋਂ ਗੱਲ ਸ਼ੁਰੂ ਹੁੰਦੀ ਹੈ ਜੀ। ਤੇ ਗੱਲ ਸ਼ੁਰੂ ਹੁੰਦਿਆਂ ਫਿਰ ਉੱਥੋਂ ਤੱਕ ਆ ਗਈ ਜਦੋਂ ਪੂਰੀ ਬਗਾਵਤ ਫੈਲ ਗਈ। ਔਰ ਉਹ ਬਗਾਵਤ ਫੈਲਣ ਦਾ ਜਿਹੜਾ ਪਹਿਲਾ ਕੁਹਾੜਾ ਵੱਜਿਆ ਉਹ ਕਿਹਦੇ ਪੈਰ ਤੇ ਵੱਜਿਆ ਜੀ? ਸੁਨੀਲ ਜਾਖੜ ਦੇ। ਸੁਨੀਲ ਜਾਖੜ ਬਦਲਤਾ ਤੇ ਸੁਨੀਲ ਜਾਖੜ ਦੀ ਥਾਂ ਦੇ ਉੱਤੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਲਾਤਾ ਜੀ। ਅੱਜ ਉਹਨਾਂ ਦੀ ਇੱਕ ਜਿਹੜੀ ਹੈਗੀ ਟਵੀਟ ਆਏ ਹੈ ਜਿਹਦੇ ਵਿੱਚ ਉਹ ਰੋਣਾ ਰੋਂਦੇ ਆ ਕਿ ਮੇਰੇ ਨਾਲ ਨਹੀਂ ਤੁਰਦਾ ਕੋਈ, ਮੈਂ ਤਾਂ ਆਪਣਾ ਜਿਹੜਾ ਸਮੁੰਦਰ ਪਾਰ ਕਰਨਾ ਚੋਣਾਂ ਵਾਲਾ, ਤੇ ਵੇਖੋ ਜੀ ਮੈਨੂੰ ਤਾਂ ਜਿਹੜੇ ਹੈਗੇ ਮੇਰੇ ਆਪਦੇ ਬੰਦੇ ਕੁਛ ਨਹੀਂ ਕਰਦੇ ਜੀ ਫਲਾਨਾ। ਮਤਲਬ ਉਹਨੇ ਕਾਂਗਰਸ ਹਾਈ ਕਮਾਂਡ ਤੇ ਕਿਸਮ ਦਾ ਗੁੱਸਾ ਜ਼ਾਹਰ ਕੀਤਾ। ਫਿਰ ਉਹਨੇ ਕਿਹਾ ਜੀ ਕਿ ਜੀ ਕਰਦਾ ਬਹਿ ਜਗੇ, ਕੀ ਕਰਨਾ, ਬਹੁਤ ਕੁਛ ਕਰ ਲਿਆ, ਘਰੇ ਬਹਿ ਜਗੇ। ਫਿਰ ਨਾਲ ਇਸ਼ਾਰਾ ਜਿਹਾ ਵੀ 2022 ਵਾਸਤੇ ਕੋਈ ਫਿਰ ਹੋਰ ਰਾਹ ਵੀ ਤਲਾਸ਼ ਲਈਏ। 2022 ਫਿਰ ਕੁਛ ਦੇਵੇ, ਸ਼ਕਤੀ ਦੇਵੇ, ਫਲਾਨਾ ਛੱਡਣ ਨੂੰ ਜੀ ਨਹੀਂ ਨਾ ਕਰਦਾ। ਨਾ ਛੱਡਣ ਨੂੰ ਜੀ ਕਰਦਾ। ਇੱਕ ਮਿੱਠੀ ਜੀ ਧਮਕੀ ਦੇਤੀ ਕਿ ਜਿਵੇਂ ਤੁਸੀਂ ਕਰਦੇ ਪਰ ਮੈਂ ਵੀ ਛੱਡਣ ਨੂੰ ਤਿਆਰ ਹਾਂ। ਉਹ ਮਿੱਠੀ ਜੀ ਧਮਕੀ ਦੇਤੀ। ਹੁਣ ਇਹਨੂੰ ਕੰਪੇਅਰ ਕਰੋ ਜੀ। ਜਦੋਂ ਪੰਜਾਬ ਕਾਂਗਰਸ ਭਵਨ ਦੇ ਵਿੱਚ ਸਰਦਾਰ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਹੋਈ ਹੈ ਤੇ ਨਵਜੋਤ ਸਿੱਧੂ ਨੂੰ ਬੋਲਣ ਵਾਸਤੇ ਕਿਹਾ ਜੀ, ਉਹ ਮੰਚ ਆਪਣੀ ਕੁਰਸੀ ਤੋਂ ਉੱਠੇ ਹੈ।
ਤੇ ਉੱਠਣ ਵੇਲੇ ਜਿਵੇਂ ਉਹਨਾਂ ਨੇ ਇੱਕ ਜਲਾਲਤ ਭਰੇ ਤਰੀਕੇ ਦੇ ਨਾਲ ਵਰਤਾਓ ਕੀਤਾ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸਾਰਿਆਂ ਦੇ ਗੁੱਡੀਆਂ ਹੱਥ ਲਾਉਂਦੇ ਗਏ ਤੇ ਅਮਰਿੰਦਰ ਸਿੰਘ ਨੂੰ ਜਾ ਕੇ ਇਗਨੋਰ ਕਰਕੇ ਸਿੱਧੇ ਤੌਰ ਦੇ ਉੱਤੇ ਛੱਕਾ ਲਾਉਣ ਠਾ ਛੱਕੇ ਲਾਉਣ ਦੇ ਠਾ ਜਿਹੜੇ ਹੈਗੇ ਹਮਲੇ ਉਸ ਵੇਲੇ ਕੀਤੇ ਤੇ ਉਹ ਸਾਰੇ ਹਮਲੇ ਜਿਹੜੇ ਹੈਗੇ ਬੜੇ ਮੁਸਕਰਾ ਕੇ ਉਹਨਾਂ ਦੇ ਦਰਸ਼ਕ ਬਣੇ ਦੇਖਦੇ ਰਹੇ ਸੀ ਰਾਵਤ ਸਾਹਿਬ ਜੀ। ਅਸਲ ਦੇ ਵਿੱਚ ਅਮਰਿੰਦਰ ਸਿੰਘ ਉੱਥੇ ਮਾਰ ਖਾ ਗਈ। ਅਮਰਿੰਦਰ ਸਿੰਘ ਨੂੰ ਉੱਥੇ ਹੀ ਚਾਹੀਦਾ ਸੀ ਕਿ ਉਹ ਆਪਣਾ ਆਪਰੇਸ਼ਨ ਕਰ ਦਿੰਦੇ ਜਿਹੜਾ ਉਹਨਾਂ ਨੇ ਕਰਨਾ ਬਾਅਦ ਦੇ ਵਿੱਚ ਮਨ ਬਣਾਇਆ। ਅੱਜ ਅਮਰਿੰਦਰ ਸਿੰਘ ਹੋਰਾਂ ਦੀ ਭਾਸਕਰ ਦੇ ਵਿੱਚ ਇੱਕ ਇੰਟਰਵਿਊ ਵੀ ਛਪੀ ਹੈ। ਸੁਖਬੀਰ ਸਿੰਘ ਬਾਜਵਾ ਨਾਲ ਉਹਨਾਂ ਨੇ ਗੱਲ ਕੀਤੀ ਤੇ ਸੁਖਬੀਰ ਸਿੰਘ ਬਾਜਵਾ ਨੇ ਪੁੱਛਿਆ ਜੀ ਵੀ ਕੈਪਟਨ ਸਾਹਿਬ ਜਦੋਂ ਤੁਹਾਨੂੰ ਹਟਾਉਣ ਦਾ ਫੈਸਲਾ ਕੀਤਾ ਕੀ ਬੀਜੇਪੀ ਨਾਲ ਤੁਸੀਂ ਗੱਲ ਪਹਿਲਾਂ ਹੀ ਕਰ ਲਈ ਸੀ? ਉਹ ਕਹਿੰਦੇ ਹਾਂ, ਮੈਨੂੰ ਇਹ ਪਤਾ ਲੱਗ ਗਿਆ ਸੀ ਕਿ ਮੇਰੇ ਖਿਲਾਫ ਜਦੋਂ ਬਗਾਵਤੀ ਸੁਰਾਂ ਉੱਠ ਰਹੀਆਂ ਤੇ ਉਠਾਈਆਂ ਜਾ ਰਹੀਆਂ, ਲੱਗ ਗਿਆ ਪਤੀਲਾ ਮੰਗਣਗੇ ਇਹ ਹਾਈ ਕਮਾਂਡ ਵੱਲੋਂ ਉਠਾਈਆਂ ਜਾ ਰਹੀਆਂ ਤਾਂ ਅਚਨਚੇਤ ਕਹਿੰਦੇ ਮੇਰੀ ਇੱਕ ਮੀਟਿੰਗ ਸੀ, ਕੋਈ ਅਫੀਸ਼ੀਅਲ ਮੀਟਿੰਗ ਸੀ ਅਮਿਤ ਸ਼ਾਹ ਨਾਲ ਜੀ। ਮੀਟਿੰਗ ਹੋ ਗਈ। ਮੀਟਿੰਗ ਹੋਣ ਤੋਂ ਬਾਅਦ ਕਹਿੰਦੇ ਵੀ ਅਮਿਤ ਸ਼ਾਹ ਮੈਨੂੰ ਕਹਿੰਦੇ ਹਾਂਜੀ ਕਪਤਾਨ ਸਾਹਿਬ ਕੀ ਹਾਲ ਹੈ ਤੁਹਾਡੀ ਪਾਰਟੀ ਦਾ ਤੇ ਤੁਹਾਡੀ ਪਾਰਟੀ ਤੁਹਾਡਾ ਕੀ ਹਾਲ ਹੈ? ਕਹਿੰਦਾ ਮੈਂ ਕਹਿੰਦਾ ਹਾਲ ਕੋਈ ਬਹੁਤਾ ਚੰਗਾ ਨਹੀਂ ਜੀ। ਕਹਿੰਦੇ ਫਿਰ ਕੀ ਵਿਚਾਰ ਹੈ? ਕਹਿੰਦਾ ਮੈਨੂੰ ਪਤਾ ਲੱਗ ਗਿਆ ਸੀ। ਕਹਿੰਦਾ ਮੈਂ ਕਿਹਾ ਵੀ ਮੈਂ ਤਾਂ ਇਹ ਚਾਹੁੰਦਾ ਵੀ ਹੁਣ ਫਿਰ ਤੁਹਾਡੇ ਨਾਲ ਹੀ ਮਿਲ ਮਿਲਾ ਕੇ ਚੱਲਿਆ ਜਾਵੇ। ਉਹ ਕਹਿੰਦੇ ਕੋਈ ਗੱਲ ਨਹੀਂ, ਮੈਂ ਗੱਲ ਕਰਦਾ ਰਾਤ ਨੂੰ ਪ੍ਰਾਈਮ ਮਿਨਿਸਟਰ ਸਾਹਿਬ ਨਾਲ ਤੇ ਕੱਲ ਨੂੰ ਪ੍ਰਾਈਮ ਮਿਨਿਸਟਰ ਸਾਹਿਬ ਤੁਹਾਡੇ ਨਾਲ ਗੱਲ ਕਰਨਗੇ 11 ਵਜੇ। ਅਗਲੇ ਦਿਨ ਕਹਿੰਦਾ 6 ਵਜੇ ਮੈਨੂੰ ਅਮਿਤ ਸ਼ਾਹ ਹੁਣਾਂ ਦਾ ਫੋਨ ਫਿਰ ਆ ਗਿਆ। PM ਸਾਹਿਬ ਨੇ ਗੱਲ ਕਰ ਲਈ ਜੀ। ਕਹਿੰਦਾ ਮੈਂ ਕਿਹਾ ਵੀ ਤੁਸੀਂ ਤਾਂ ਕਿਹਾ ਸੀ 11 ਵਜੇ। ਉਹਦਾ ਨਹੀਂ ਮੈਂ ਹੁਣੀ ਗੱਲ ਕਰਦਾ, ਹੁਣੀ ਕਰਨਗੇ। ਫਿਰ PM ਸਾਹਿਬ ਦਾ ਫੋਨ ਵੀ ਆ ਗਿਆ ਜੀ। ਉਹ ਫੋਨ ਕਹਿੰਦੇ ਫਿਰ ਸਾਡਾ ਮੁੱਢ ਵੱਜਿਆ ਭਾਰਤੀ ਜਨਤਾ ਪਾਰਟੀ ਦੇ ਨੇੜੇ ਹੋਣ ਦਾ ਜੀ। ਸੋ ਜੇ ਹੁਣ ਆਪਾਂ ਉਹ ਦੇਖੀਏ ਇਹ ਸਾਰੇ ਦਾ ਸਾਰਾ ਮਾਮਲਾ ਜੇ ਕੈਪਟਨ ਅਮਰਿੰਦਰ ਸਿੰਘ ਭਾਰਤੀ ਜਨਤਾ ਪਾਰਟੀ ਦੇ ਨਾਲ ਅੱਜ ਗਿਆ ਹੈ ਜੀ ਤਾਂ ਉਹ ਜਿਹੜੀ ਇਬਾਰਤ ਲਿਖੀ ਸੀ ਉਧਰਲੇ ਪਾਸੇ ਜਾਣ ਵਾਲੀ ਉਹ ਇਬਾਰਤ ਲਿਖਣ ਵਾਲਿਆਂ ਦੇ ਵਿੱਚ ਰਾਵਤ ਸਾਹਿਬ ਵੀ ਸੀ ਜੀ। ਤੇ ਜਿੱਦੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਬਗਾਵਤ ਹੋਈ ਹੈ, ਜਿਹੜਾ ਰਾਤ ਨੂੰ ਟਵੀਟ ਕਰਕੇ ਅੱਧੀ ਰਾਤ ਨੂੰ ਜਿਹੜਾ ਕਿਹਾ ਸੀ ਕਿ ਕੱਲ ਨੂੰ CLP ਦੀ ਮੀਟਿੰਗ ਹੈ ਜੀ, ਅਮਰਿੰਦਰ ਨੂੰ ਦੱਸੇ ਤੋਂ ਬਗੈਰ ਉਹਦਾ ਵੀ ਸੂਤਰਧਾਰ ਹੋਰ ਕੋਈ ਨਹੀਂ ਹਰੀਸ਼ ਰਾਵਤ ਹੀ ਸੀ। ਚਲੋ ਹਰੀਸ਼ ਰਾਵਤ ਹੀ ਮੀਡੀਆ ਨੂੰ ਲੀਕ ਕਰ ਰਿਹਾ ਸੀ ਕਿ ਅਮਰਿੰਦਰ ਸਿੰਘ ਨੂੰ ਹਦਾਇਤ ਹੋ ਗਈ ਅਸਤੀਫਾ ਦੇ ਦੇ। ਹੁਣ ਇਹ ਨਾਲ ਦੀ ਨਾਲ ਹੀ ਤੁਹਾਨੂੰ ਪਤਾ ਬ੍ਰੇਕਿੰਗ ਨਿਊਜ਼ ਆਈ ਜਾਂਦੀਆਂ ਸੀਗੀਆਂ, ਉਹ ਬ੍ਰੇਕਿੰਗ ਨਿਊਜ਼ ਕਰਾਉਣ ਵਾਲਾ ਵੀ ਸਾਰਾ ਕੁਝ ਸੀ। ਤੇ ਜਦੋਂ ਫਿਰ ਅਮਰਿੰਦਰ ਸਿੰਘ ਹੋਰਾਂ ਦਾ ਨੇ ਅਸਤੀਫਾ ਦੇਤਾ, ਉਹ ਤੋਂ ਬਾਅਦ ਉਹ ਤੇ ਪਹਿਲਾ ਹਮਲਾ ਕਰਨ ਵਾਲਾ ਵੀ ਹਰੀਸ਼ ਰਾਵਤ ਹੀ ਸੀ ਜੀ। ਅਮਰਿੰਦਰ ਸਿੰਘ ਨੇ ਕਹਿੰਦਾ ਸੀ ਕੋਈ ਗੱਲ ਨਹੀਂ ਤੇਰੇ ਸਾਹਮਣੇ ਆਊ। ਤੇ ਕੱਲ ਜਦੋਂ ਫਿਰ ਕੀਰਨੇ ਪਾਏ ਕਿ ਹਾਈ ਕਮਾਂਡ ਕਰਦੀ ਕੀ ਹੈ ਤੇ ਉਦੋਂ ਅਮਰਿੰਦਰ ਦਾ ਵੀ ਫਿਰ ਇੱਕ ਟਵੀਟ ਆ ਗਿਆ ਸੀ ਕਿ ਰਾਵਤ ਸਾਹਿਬ ਜੈਸਾ ਬੀਜੋਗੇ ਵੈਸਾ ਵੱਢੋਗੇ ਜੀ। ਵੈਸੇ ਤੁਹਾਡੀਆਂ ਜਿਹੜੀਆਂ ਹੈਗੀਆਂ ਭਾਵਨਾਵਾਂ ਦੀ ਕਦਰ ਕਰਦਾ ਹੋਇਆ ਮੇਰੀਆਂ ਸ਼ੁਭ ਕਾਮਨਾਵਾਂ ਤੁਹਾਡੇ ਨਾਲ ਹੈ। ਸ਼ੁਭ ਕਾਮਨਾਵਾਂ ਵੀ ਦਿੱਤੀਆਂ ਤੇ ਦਾਨੇ ਵਾਲੀਆ ਸਾਹਿਬ ਫਿਰ ਇਹ ਤਾਂ ਹੁੰਦਾ ਹੀ ਹੁੰਦਾ ਨਾ। ਅਸਲ ਦੇ ਵਿੱਚ ਰਾਵਤ ਸਾਹਿਬ ਇਸ ਗੱਲ ਨੂੰ ਭੁੱਲਦੇ ਸੀ ਕਿ ਇਹ ਇੰਦਰਾ ਗਾਂਧੀ ਦੇ ਜ਼ਮਾਨੇ ਦੇ ਵਿੱਚ ਕਾਮਰਾਜ ਯੋਜਨਾ ਬਣੀ ਸੀ। ਇਹ ਵੀ ਇੱਕ ਕਿਸਮ ਦੀ ਕਾਮਰਾਜ ਯੋਜਨਾ ਹੈ ਕਿ ਜਿਹੜੇ ਬਜ਼ੁਰਗ ਬੰਦੇ ਆ ਉਹਨਾਂ ਨੂੰ ਪਾਸੇ ਕਰੋ ਨੌਜਵਾਨ ਅੱਗੇ। ਤਾਂ ਹੀ ਮਤਲਬ ਜਿਹੜੀ ਹੈਗੀ ਹੈ ਸੋਨੀਆ ਗਾਂਧੀ ਤਾਂ ਹੁਣ ਆਪ ਬਜ਼ੁਰਗ ਹੈ, ਰਾਹੁਲ ਗਾਂਧੀ ਤੇ ਜਿਹੜੀ ਪ੍ਰਿੰਕਾ ਗਾਂਧੀ ਦੀ ਉਹੀ ਸੁਖਬੀਰ ਬਾਦਲ ਵਾਲੀ ਗੱਲ ਐਸਟੈਬਲਿਸ਼ ਹੋਵੇ। ਸਿੱਧੀ ਗੱਲ ਪ੍ਰਕਾਸ਼ ਸਿੰਘ ਬਾਦਲ ਵੀ ਤਾਂ ਆਪਦੇ ਸਾਥੀ ਹੁਣ ਮਸਾਂ ਪਤਾ ਨਹੀਂ ਕਿਵੇਂ ਬ੍ਰਹਮਪੁਰਾ ਸਾਹਿਬ ਨੂੰ ਸ਼ਾਮਲ ਕਰ ਲਿਆ, ਨਹੀਂ ਤਾਂ ਸੁਖਬੀਰ ਬਾਦਲ ਤੋਂ ਛੋਟੀ ਉਮਰ ਦੇ ਨੂੰ ਸ਼ਾਮਲ ਕਰਕੇ ਲੀਡਰ ਬਣਾਇਆ ਜਾ ਰਿਹਾ। ਬਿਲਕੁਲ ਹੁਣ ਜੇ ਆਪਾਂ ਦੇਖੀਏ ਜਿਵੇਂ ਹੁਣ ਮਾਝੇ ਦੇ ਜਰਨੈਲ ਤਾਂ ਹੁੰਦੇ ਸੀਗੇ ਬ੍ਰਹਮਪੁਰਾ ਸਾਹਿਬ ਤੇ ਕਿਹਾ ਜਾਂਦਾ ਸੀਗਾ। ਦੁਆਬੇ ਦਾ ਜਰਨੈਲ ਕੌਣ ਹੁੰਦਾ ਸੀਗਾ ਜੀ? ਕੁਲਦੀਪ ਸਿੰਘ ਬਡਾਲਾ ਸਾਹਿਬ। ਹਾਂਜੀ ਠੀਕ ਹੈ ਨਾ। ਤੇ ਪਹਿਲਾਂ ਦਾ ਬਡਾਲਾ ਸਾਹਿਬ ਜਿਵੇਂ ਕੀਤਾ, ਬਡਾਲਾ ਸਾਹਿਬ ਨੂੰ ਜਿੱਤਣ ਨਹੀਂ ਦਿੱਤਾ ਤੇ ਉਹਨਾਂ ਦੇ ਬੇਟੇ ਨੂੰ ਜਿਤਾਤਾ। ਠੀਕ ਹੈ, ਉਹ ਹੋ ਗਿਆ। ਇਵੇਂ ਜਿਵੇਂ ਜੇ ਆਪਾਂ ਦੇਖੀ ਤੇ ਹੁਣ ਬ੍ਰਹਮਪੁਰਾ ਸਾਹਿਬ ਵੀ ਜੇ ਹੁਣ ਉਹ ਆਏ ਹੈ, ਹੁਣ ਖਡੂਰ ਸਾਹਿਬ ਤੋਂ ਬ੍ਰਹਮਪੁਰਾ ਸਾਹਿਬ ਨੇ ਤਾਂ ਨਹੀਂ ਟਿਕਟ ਆਪਣੀ ਸੀਟ ਲੜਨੀ, ਉਹਦੇ ਬੇਟੇ ਨੇ ਲੜਨੀ। ਇਹੀ ਚੀਜ਼ ਜਿਹੜੀ ਉਹ ਹੋ ਰਹੀ ਹੈ ਹੁਣ। ਚਲੋ ਰਾਵਤ ਸਾਹਿਬ ਹੁਣ ਆਪਦੇ ਕੀਰਨੇ ਪਾਉਣ ਪਾਈ ਜਾਣ, ਉਹ ਤਾਂ ਜਿਹੜਾ ਆਪਰੇਸ਼ਨ ਹੈ ਆਪਰੇਸ਼ਨ ਜਾਰੀ ਹੈ ਜੀ। ਬਿਲਕੁਲ। ਤੇ ਆਪਾਂ ਹੁਣ ਰਾਹੁਲ ਗਾਂਧੀ ਦੀ ਗੱਲ ਛੇੜੀ ਸੀ ਵੀ ਹੁਣ ਕੀ ਪੰਜਾਬ ਦਾ ਚੋਣ ਪ੍ਰਚਾਰ ਰਾਹੁਲ ਗਾਂਧੀ ਆਪਦੇ ਹੱਥੀਂ ਲਊਗਾ ਜੀ? ਮੇਰੇ ਉਹਨਾਂ ਉਹ ਕਰ ਰਿਹਾ ਜੀ। ਕਾਫੀ ਕਾਟੋ ਕਲੇਸ਼ ਹੋਇਆ ਨਾ ਇਹਨਾਂ ਦੀ ਮੀਟਿੰਗ ਦੇ ਵਿੱਚ ਉੱਥੇ ਕੱਲ। ਜਿਹੜਾ ਜ਼ਿਆਦਾ ਕਾਟੋ ਕਲੇਸ਼ ਹੋਇਆ ਨਾ ਉਹ ਪਾਰਲੀਮੈਂਟ ਦੇ ਮੈਂਬਰਾਂ ਨੇ ਪਾਇਆ। ਕਿਉਂਕਿ ਪਾਰਲੀਮੈਂਟ ਦੇ ਮੈਂਬਰਾਂ ਨੂੰ ਜਥੇਬੰਦਕ ਢਾਂਚੇ ਦੇ ਵਿੱਚ ਵੀ ਬਿਲਕੁਲ ਪੂਰੀ ਤਰ੍ਹਾਂ ਇਗਨੋਰ ਕੀਤਾ ਹੋਇਆ। ਮੁੱਖ ਮੰਤਰੀ ਬਣਾਉਣ ਵੇਲੇ ਵੀ ਉਹਨਾਂ ਨੂੰ ਕਿਸੇ ਨੂੰ ਪੁੱਛਿਆ ਨਹੀਂ, ਪ੍ਰਧਾਨ ਬਣਾਉਣ ਵੇਲੇ ਵੀ ਨਹੀਂ ਪੁੱਛਿਆ ਜੀ। ਪਾਰਲੀਮੈਂਟ ਦੇ ਮੈਂਬਰਾਂ ਦੇ ਵਿੱਚ ਕੁਝ ਬੰਦੇ ਹੈਗੇ ਆ ਜਿਹੜੇ ਡਿਜ਼ਰਵ ਵੀ ਕਰਦੇ ਆ ਤੇ ਜਿਹੜੇ ਦਾਅਵੇਦਾਰ ਵੀ ਹੈਗੇ। ਜਿਵੇਂ ਹੁਣ ਪ੍ਰਤਾਪ ਸਿੰਘ ਬਾਜਵਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਹੇ ਹੈ ਔਰ ਉਹ ਅਗਾਮ ਨੂੰ ਜੇ ਪ੍ਰਧਾਨ ਨਹੀਂ ਤਾਂ ਘੱਟੋ ਘੱਟ ਮੁੱਖ ਮੰਤਰੀ ਬਣਨ ਦੇ ਲਈ ਤਾਂ ਇੱਛਾਵਾਨ ਹੈਗੇ। ਬਿਲਕੁਲ ਪ੍ਰਤਾਪ ਸਿੰਘ ਬਾਜਵਾ ਤਾਂ ਪੂਰਾ ਇੱਛਾਵਾਨ। ਹਾਂ, ਉਹਨਾਂ ਨੇ ਐਲਾਨ ਵੀ ਕੀਤਾ ਕਿ ਮੈਂ ਕਾਦੀਆਂ ਤੋਂ ਚੋਣ ਲੜੂੰਗਾ, ਹੁਣ ਪਾਰਲੀਮੈਂਟ ਤੋਂ ਮੇਰਾ ਦਿਲ ਭਰ ਗਿਆ।
ਇਸੇ ਤਰੀਕੇ ਜੇ ਆਪਾਂ ਦੇਖੀਏ ਤਾਂ ਰਵਨੀਤ ਸਿੰਘ ਬਿੱਟੂ ਹੈ। ਜੀ। ਰਵਨੀਤ ਸਿੰਘ ਬਿੱਟੂ ਯੰਗ ਟਰਕ ਹੈ। ਹੂੰ ਉਹ ਕਹਿੰਦਾ ਵੀ ਜੇ ਤੁਹਾਡਾ ਜੋਤਿਰਾਦਿੱਤਿਆ ਸਿੰਧੀਆ ਹੂੰ ਉਹ ਉੱਥੇ ਮੁੱਖ ਮੰਤਰੀ ਦਾ ਦਾਅਵੇਦਾਰ ਹੋ ਸਕਦਾ ਤੇ ਹੈ ਅਸੀਂ ਕਿਉਂ ਨਹੀਂ ਹੋ ਸਕਦੇ? ਔਰ ਉਹਨੂੰ ਨਹੀਂ ਬਣਾਇਆ ਤੇ ਛੱਡ ਕੇ ਭਾਰਤੀ ਜਨਤਾ ਪਾਰਟੀ ਚਲਾ ਗਿਆ। ਹੂੰ ਜੇ ਸਚਿਨ ਪਾਇਲਟ ਨੂੰ ਹਲਾਸ਼ੇਰੀ ਦਿੱਤੀ ਜਾ ਸਕਦੀ ਹੈ ਜੀ। ਤਾਂ ਫਿਰ ਮੈਂ ਵੀ ਹੈਗਾ, ਉਹ ਵੀ ਆਪਣੀ ਥਾਂ ਦੇ ਉੱਤੇ ਹੈਗੇ ਹੈ। ਹੂੰ ਜੇ ਆਪਾਂ ਨੌਜਵਾਨ ਪਾਰਲੀਮੈਂਟ ਦੇ ਦੂਜੇ ਮੈਂਬਰਾਂ ਚੋਂ ਦੇਖੀ ਤਾਂ ਪੁਰਾਣੇ ਬੰਦਿਆਂ ਦੇ ਵਿੱਚੋਂ ਜਸਵੀਰ ਸਿੰਘ ਡਿੰਪਾ ਵੀ ਹੈ। ਡਿੰਪੇ ਦਾ ਤਾਂ ਪਰਿਵਾਰਕ ਤੌਰ ਦੇ ਉੱਤੇ ਜੇ ਆਪਾਂ ਦੇਖੀਏ ਜਿਵੇਂ ਰਵਨੀਤ ਬਿੱਟੂ ਆ ਉਹਦੇ ਦਾਦੇ ਤੋਂ ਲੈ ਕੇ ਉਹ ਆਏ ਹੈ। ਜੀ। ਡਿੰਪੇ ਦਾ ਫਾਦਰ ਵੀ ਤਾਂ ਕਾਂਗਰਸ ਪਾਰਟੀ ਦੇ ਐਮਐਲਏ ਹੁੰਦੇ ਸੀਗੇ। ਹੂੰ ਇਸੇ ਤਰੀਕੇ ਜੇ ਆਪਾਂ ਦੇਖੀਏ ਆਪਣੇ ਕੋਟਕਪੂਰੇ ਆਪਣਾ ਅੰਮ੍ਰਿਤਸਰ ਵਾਲੇ ਗੁਰਜੀਤ ਸਿੰਘ ਔਜਲਾ ਸਾਹਿਬ, ਉਹ ਵੀ ਧਰੱਲੇਦਾਰ ਐਮਪੀ ਹੈ। ਜੀ। ਪੁਰਾਣਿਆਂ ਦੇ ਵਿੱਚੋਂ ਜੇ ਟਕਸਾਲੀਆਂ ਦੇ ਵਿੱਚੋਂ ਦੇਖਣਾ ਹੋਵੇ ਤਾਂ ਰਾਜ ਸਭਾ ਦੇ ਮੈਂਬਰ ਦੂਲੋ ਸਾਹਿਬ ਵੀ ਹੈਗੇ ਤੇ ਮਨੀਸ਼ ਤਿਵਾੜੀ ਤਾਂ ਬਹੁਤ ਵੱਡੀ ਪੋਜੀਸ਼ਨ ਤੇ ਰਹੇ। ਉਹ ਕੇਂਦਰ ਦੇ ਵਿੱਚ ਵਜ਼ੀਰ ਵੀ ਰਹੇ ਹੈ, ਚੀਫ ਸਪੋਕਸਪਰਸਨ ਵੀ ਰਹੇ ਹੈ। ਹੁਣ ਵੀ ਕਾਂਗਰਸ ਪਾਰਟੀ ਦੇ ਭਾਵੇਂ G23 ਨਾਲ ਸੰਬੰਧਿਤ ਗਰੁੱਪ ਨਾਲ ਹੈਗੇ ਉਧਰ ਹੈ, ਪਰ ਗਾਹੇ ਬਗਾਹੇ ਜਦੋਂ ਕੋਈ ਵਿਚਾਰ ਧਾਰਕ ਮਾਮਲੇ ਦੀ ਗੱਲ ਆਉਂਦੀ ਹੈ ਤਾਂ ਬੰਦਾ ਪਹਿਰਾ ਦਿੰਦਾ, ਆਰਟੀਕਲ ਵੀ ਲਿਖਦਾ, ਸਾਰਾ ਕੁਛ। ਇਹਨਾਂ ਸਾਰੇ ਬੰਦਿਆਂ ਨੂੰ ਤੁਸੀਂ ਦੇਖੋ ਕਿ ਸਾਰੇ ਮਾਮਲਿਆਂ ਦੇ ਵਿੱਚੋਂ ਨਜ਼ਰਅੰਦਾਜ਼ ਕੀਤਾ ਹੋਇਆ ਜੀ। ਕੱਲ ਜਿਹੜੀ ਕੰਪੇਨ ਕਮੇਟੀ ਦੀ ਮੀਟਿੰਗ ਹੈ, ਪਹਿਲਾਂ ਕੰਪੇਨ ਕਮੇਟੀ ਦੀ ਮੀਟਿੰਗ ਪੰਜਾਬ 'ਚ ਹੋਈ ਸੀ ਤੇ ਪੰਜਾਬ ਦੀ ਕੰਪੇਨ ਕਮੇਟੀ ਦੀ ਮੀਟਿੰਗ ਦੇ ਵਿੱਚ ਕਲੇਸ਼ ਵੀ ਪੈ ਗਿਆ ਸੀ। ਜੀ। ਜਦੋਂ ਜਾਖੜ ਸਾਹਿਬ ਨੇ ਪੁੱਛਿਆ ਸੀ ਦੱਸੋ ਜੀ ਫਿਰ ਸਾਡਾ ਕੀ ਹੈ, ਉਹਨਾਂ ਵੀ ਕੀ ਲੜੀਏ, ਜਿਹੜੀ ਚੋਣ ਕੰਪੇਨ ਚਲਾਈਏ ਕਿਸੇ ਮੁੱਦੇ ਨੂੰ ਲੈ ਕੇ, ਜੀ, ਕੀ ਮੁੱਦਿਆਂ ਨੂੰ ਲੈ ਕੇ ਚਲਾਈਏ ਜਾਂ ਚਿਹਰੇ ਨੂੰ ਲੈ ਕੇ ਚਲਾਈਏ ਜਾਂ ਜਿਹੜੀਆਂ ਹੈਗੀਆਂ ਤੁਹਾਡੀਆਂ ਪ੍ਰਾਪਤੀਆਂ ਨੂੰ ਲੈ ਕੇ ਚਲਾਈਏ। ਜੀ। ਤੇ ਉੱਥੇ ਉਤੇਜਿਤ ਹੋ ਗਏ ਸੀਗੇ। ਹਾਂ, ਸਿੱਧੂ ਸਾਹਿਬ ਆਪਾਂ ਗੱਲ ਕੱਲ ਵੀ ਸੀ, ਉਹ ਉਤੇਜਿਤ ਹੋ ਗਏ ਸੀ। ਉਸ ਤੋਂ ਬਾਅਦ ਫਿਰ ਕਹਿੰਦੇ ਜੀ ਹੁਣ ਜਿਹੜੀ ਮੀਟਿੰਗ ਰੱਖਣੀ ਹੈ ਕੰਪੇਨ ਕਮੇਟੀ ਦੀ ਮੀਟਿੰਗ ਦਿੱਲੀ ਰੱਖ ਲਈ ਸੀ। ਦਿੱਲੀ ਜਦੋਂ ਕੰਪੇਨ ਕਮੇਟੀ ਦੀ ਮੀਟਿੰਗ ਰੱਖੀ ਹੈ ਉਹਦੇ ਵਿੱਚ ਨਾ ਤਾਂ ਕੱਲ ਜਾ ਸਕੇ ਚੰਨੀ ਸਾਹਿਬ ਜੀ ਤੇ ਨਾ ਹੀ ਜਾ ਸਕੇ ਸਿੱਧੂ ਸਾਹਿਬ, ਪਰ ਪਾਰਲੀਮੈਂਟ ਦੇ ਮੈਂਬਰ ਆ ਗਏ। ਅੱਛਾ। ਪਾਰਲੀਮੈਂਟ ਦੇ ਮੈਂਬਰਾਂ ਨੇ ਫਿਰ ਪੂਰਾ ਗੋਬਗਵਾਟ ਕੱਢਿਆ। ਉਹ ਕਹਿੰਦੇ ਯਾਰ ਸਾਨੂੰ ਇਹ ਦੱਸੋ ਵੀ ਤੁਸੀਂ ਨਵੇਂ ਬੰਦੇ ਲਿਆਈ ਜਾਂਦੇ ਹੋ ਤੇ ਫਿਰ ਟਕਸਾਲੀ ਕਿੱਧਰ ਜਾਣਾ, ਅਸੀਂ ਇਕੱਠੇ ਖੂਹ ਜਾਈਏ। ਹਾਂ ਬਿਲਕੁਲ। ਜਿਨ੍ਹਾਂ ਨੇ ਕਾਂਗਰਸ ਪਾਰਟੀ ਬਣਾਈ ਹੈ, ਜਿਹੜੇ ਕਾਂਗਰਸ ਪਾਰਟੀ 'ਚ ਰਹੇ ਆ, ਕੁਛ ਤਾਂ ਆਮ ਆਦਮੀ ਪਾਰਟੀ 'ਚੋਂ ਕਹਿੰਦੇ ਆ ਗਏ, ਉਹਨਾਂ ਨੂੰ ਟਿਕਟਾਂ ਦਿਓਗੇ, ਸਾਡੇ ਬਾਰੇ ਗੱਲ ਕਰੋਗੇ, ਤੁਸੀਂ ਕਰੋਗੇ ਟਿਕਟਾਂ ਦਾ ਕੀ? ਜੀ ਜੀ। ਸਕਰੀਨਿੰਗ ਕਮੇਟੀ ਦੀਆਂ ਮੀਟਿੰਗਾਂ ਵੀ ਹੋਈ ਜਾਂਦੀਆਂ, ਪਰ ਸਕਰੀਨਿੰਗ ਕਮੇਟੀ ਬਾਰੇ ਮਾਮਲਾ ਇਹ ਹੋ ਗਿਆ ਜੀ ਸਾਰੇ ਅਧਿਕਾਰ ਸੋਨੀਆ ਗਾਂਧੀ ਨੂੰ ਦੇ ਦਿਓ। ਭਾਵੇਂ ਹੁਣ ਇਹ ਕਹਿ ਦੇਣ ਕਿ ਜੀ ਉਹਨਾਂ ਨੇ ਟਿਕਟਾਂ ਦੇਣੀਆਂ, ਪਰ ਉਹਨਾਂ ਨੇ ਟਿਕਟਾਂ ਆਪਣੀ ਮਰਜ਼ੀ ਨਾਲ ਨਹੀਂ ਦੇਣੀਆਂ, ਰਾਏ ਮਸ਼ਵਰਾ ਤਾਂ ਕਰਨਾ। ਜੀ ਜੀ। ਰੌਲਾ ਦਾਨੇ ਵਾਲੀਆਂ ਸਭ ਨੂੰ ਟਿਕਟਾਂ ਦਾ ਕਿ ਟਿਕਟਾਂ ਬਹੁਤੀਆਂ ਕਿਹਨੂੰ ਮਿਲਦੀਆਂ ਜੀ, ਕੀ ਦੂਲੋ ਸਾਹਿਬ ਬਹੁਤੀਆਂ ਟਿਕਟਾਂ ਤੋਂ ਆ ਜਾਣਗੇ। ਕੱਲ ਵੀ ਆਪਾਂ ਗੱਲ ਕੀਤੀ ਸੀ, ਪਹਿਲਾਂ ਵੀ ਆਪਾਂ ਗੱਲ ਕਰਦੇ ਰਹੇ ਕਿ ਥਾਂ ਥਾਂ ਤੇ ਕਲੇਸ਼ ਹੈ। ਜੀ। ਦੂਲੋ ਸਾਹਿਬ ਦਾ ਭਰਾ ਮੈਦਾਨ 'ਚ ਹੈ, ਉਧਰੋਂ ਬਾਜਵਾ ਸਾਹਿਬ ਦਾ ਭਰਾ ਜਿਹੜਾ ਹੈਗਾ ਸਿਟਿੰਗ ਹੈ, ਉਧਰੋਂ ਨਵਤੇਜ ਸਿੰਘ ਚੀਮਾ ਜਿਹੜਾ ਹੈਗਾ ਸੁਲਤਾਨਪੁਰ ਲੋਧੀ ਤੋਂ ਉਹ ਸਿਟਿੰਗ ਹੈ ਜੀ, ਤੇ ਨਾਲ ਜਿਹੜਾ ਹੈਗਾ ਗੁਰਜੀਤ ਰਾਣਾ ਦਾ ਬੇਟਾ ਉਹ ਵੀ ਆ ਗਿਆ, ਮੈਂ ਲੜਾਈ ਲੜਨੀ ਹੈ। ਇਧਰ ਦੂਲੋ ਸਾਹਿਬ ਦੇ ਭਰਾ ਦੇ ਮੁਕਾਬਲੇ ਦੇ ਉੱਤੇ ਜਿਹੜਾ ਹੈਗਾ ਸਿਟਿੰਗ ਐਮਐਲਏ ਆ ਉਹ ਜੀਪੀ ਸਾਹਿਬ ਹੈ। ਇਹ ਹੁਣ ਸਾਰਿਆਂ ਦੇ ਵਿੱਚ ਜਿਹੜੀ ਇੰਨਾ ਕਲੇਸ਼ ਪਿਆ ਵਾ ਤੇ ਇਸ ਕਲੇਸ਼ ਨੂੰ ਹੱਲ ਕਿਵੇਂ ਕੀਤਾ ਜਾਵੇ ਜੀ। ਗੱਲ ਅਗਲੀ ਗੱਲ ਉਹ ਟਕਸਾਲੀ ਕਹਿੰਦੇ ਚਲੋ ਠੀਕ ਹੈ ਜੀ, ਸਾਨੂੰ ਹੁਣ ਦੱਸੋ ਕਰੋਗੇ ਕੀ ਜੀ, ਫੈਸਲਾ ਛੇਤੀ ਕਰੋ। ਫਿਰ ਉਹਨੂੰ ਪਤਾ ਜੇ ਨਾ ਦਿਓਗੇ ਤੇ ਇੱਕ ਦੁਕਾਨ ਹੋਰ ਖੁੱਲੀ ਵੀ ਹੈ, ਉਧਰ ਤਾਂ ਸੌਦਾ ਸਾਫ਼ ਪਿਆ ਤੇ ਅਮਰਿੰਦਰ ਸਿੰਘ ਕਹੀ ਵੀ ਜਾਂਦਾ ਵੀ ਕੋਈ ਗੱਲ ਨਹੀਂ ਕੋਡ ਲੱਗ ਲੈਣ ਦਿਓ ਜੀ, ਫਿਰ ਦੇਖਾਂਗੇ ਕਿ ਸੰਕਟ ਬਹੁਤ ਵੱਡਾ ਹੈ। ਸੰਕਟ ਕੀ ਹੈ? ਸੰਕਟ ਬਹੁਤ ਵੱਡਾ ਤੇ ਇਸ ਸੰਕਟ ਚੋਂ ਨਿਕਲਦਾ ਹੁਣ ਇੱਕੋ ਇੱਕ ਰਾਹ ਅਖਤਿਆਰ ਕੀਤਾ, ਕਹਿੰਦੇ ਜੀ ਚੱਲਦੇ ਆ ਆਪਣੇ ਤੁਹਾਡੇ ਰਾਹੁਲ ਗਾਂਧੀ ਦਾ ਫਿਰ ਕੰਪੇਨ ਆ ਕੇ ਤੁਹਾਡੀ ਮੈਂ ਹੀ ਸਟਾਰਟ ਕਰਾਉਣੇ ਜੀ। ਆ ਦਸੰਬਰ ਦੇ ਆਖਰੀ ਹਫਤੇ ਦੇ ਵਿੱਚ ਕਹਿੰਦੇ ਜੀ ਕਰਨੀ ਹੈ, ਉਹਦਾ ਜਿਹੜੇ ਰੈਲੀ ਦਾ ਸਮਾਂ ਤੇ ਸਥਾਨ ਉਹ ਤੈਅ ਕਰਨੇ ਜੀ। ਤੇ ਦਾਨੇਵਾਲੀਆ ਸਾਹਿਬ ਨੂੰ ਇਹਦੇ ਚ ਗੱਲ ਇਹ ਹੈ, ਕਹਿੰਦੇ ਵੀ ਕਿਸ ਗੱਲ ਤੇ ਤੁਸੀਂ ਚੋਣ ਲੜੋਗੇ, ਮੁੱਦਿਆਂ ਕਿਹੜਿਆਂ ਦੇ ਚੋਣ ਲੜੋਗੇ? ਤੇ ਕਹਿੰਦਾ ਉਹ ਤਾਂ ਫਿਰ ਇਹੀ ਚੰਨੀ ਕਰਦਾ ਮਸਲੇ ਹੱਲ ਨਾ, ਮਸਲੇ ਹੱਲ ਨਹੀਂ ਕਰਦੇ, ਕਹਿੰਦੇ ਸਮੁੱਚੀ ਕਾਰਗੁਜ਼ਾਰੀ ਤੇ ਕਰਾਂਗੇ। ਅੱਛਾ। ਕੱਲੀ ਚੰਨੀ ਦਾ ਇਹ ਜਿਹੜਾ 3 ਮਹੀਨੇ ਦਾ ਰਾਜ ਭਾਗ ਹੈ ਇਹਦੇ ਤੇ ਵੀ ਨਹੀਂ, ਪਿਛਲੇ 5 ਸਾਲਾਂ ਦਾ ਸਾਰੀ ਜਿਹੜੀਆਂ ਸਾਡੀਆਂ ਪ੍ਰਾਪਤੀਆਂ ਉਹਦੇ ਤੇ ਗੱਲ ਕਰਾਂਗੇ। ਜਿਹੜੀਆਂ ਪ੍ਰਾਪਤੀਆਂ ਪਿਛਲੇ ਸਮੇਂ 'ਚ ਉਹਨਾਂ ਦਾ ਜ਼ਿਕਰ ਕਰਾਂਗੇ, ਜਿਹੜੀਆਂ ਰਹਿ ਗਈਆਂ ਸੀ ਜੀ ਉਹਨਾਂ ਦਾ ਵੀ ਜ਼ਿਕਰ ਕਰਾਂਗੇ ਕਿ ਅਸੀਂ ਆਹ ਪ੍ਰਾਪਤੀਆਂ ਉਹਨਾਂ ਦੇ ਵਿੱਚ ਇੱਕ ਤਾਂ ਫਿਰ ਬਿਕਰਮ ਸਿੰਘ ਮਜੀਠੀਆ ਵਾਲਾ ਵੀ ਰਹਿ ਗਿਆ ਸੀ ਵੀ ਆਹ ਕਰਤੀ, ਅਸੀਂ ਆਹ ਕਰਤੀ। ਅਮਰਿੰਦਰ ਸਿੰਘ ਨੇ ਛੱਡਤੀ ਸੀ ਕਿਉਂਕਿ ਉਹਦੀ ਲਿਆਏ ਸੀ, ਇਹ ਕਹਿਣਗੇ। ਬਾਕੀ ਜਿਹੜਾ ਅਮਰਿੰਦਰ ਸਿੰਘ ਨੇ ਕੀਤਾ ਹੈ ਵੀ ਉਹ 2-2.5 ਕਿੱਲਿਆਂ ਵਾਲਿਆਂ ਦਾ 4600 ਕਰੋੜ ਰੁਪਈਆ ਤਾਂ ਜਿਹੜੇ ਹੈਗੇ ਆਪਾਂ ਕਰਜ਼ਿਆਂ ਵਾਲਾ ਮਾਫ ਕੀਤਾ। ਇਹਦੇ 'ਚ ਕੋਈ ਸ਼ੱਕ ਨਹੀਂ, 4600 ਕਰੋੜ ਰੁਪਈਆ ਤਾਂ ਗਿਆ ਖਾਤਿਆਂ ਦੇ ਵਿੱਚ। 4600 ਕਰੋੜ ਕਿ 4600 ਕਰੋੜ, ਹਾਂ 4600 ਤੇ ਕੋਈ ਮੇਰੇ ਖਿਆਲ 10-15 4600 10-15 ਕਰੋੜ ਤੱਕ ਗਿਆ ਜੀ। ਉਹਦੇ ਤੇ ਫੰਕਸ਼ਨ ਹੋਏ ਆ ਕੁਛ, ਜਿਨ੍ਹਾਂ ਫੰਕਸ਼ਨਾਂ ਦੇ ਵਿੱਚ ਤਕਸੀਮ ਕੀਤਾ। ਇੱਕ ਫੰਕਸ਼ਨ ਤਾਂ ਆਪਾਂ ਗਏ ਆ, ਮਹਾਰਾਜ ਹੋਇਆ ਸੀ ਉਹ ਗਿਆ, ਪਰ ਗੱਲ ਕਿਉਂਕਿ ਵਾਅਦਾ ਕੀਤਾ ਸੀ 90,000 ਕਰੋੜ ਦਾ ਜੀ ਸਮੁੱਚਾ ਕਰਜ਼ਾ ਮਾਫ ਕਰਨ ਵਾਸਤੇ।
ਔਰ ਇਹਦੇ 'ਚ ਮੈਂ ਤੁਹਾਨੂੰ ਅਗਲੀ ਗੱਲ ਵੀ ਦੱਸ ਦਿਆਂ ਕਿ ਉੱਤਰਾਖੰਡ ਦੇ ਵਿੱਚ ਤੇ ਉੱਤਰ ਪ੍ਰਦੇਸ਼ ਦੇ ਵਿੱਚ ਜੀ ਪ੍ਰੋਮਿਸ ਜਿਹੜੇ ਕਰ ਰਹੇ ਆ ਹੁਣ ਉੱਥੇ ਵੀ ਬੋਰਡ ਲਾਏ ਜਾ ਰਹੇ ਹੈ ਕਿ ਪੰਜਾਬ ਦੇ ਵਿੱਚ ਸਾਡੀ ਸਰਕਾਰ ਨੇ ਜੀ ਕਰਜ਼ਾ ਮਾਫ ਕੀਤਾ ਹੈ ਅਸੀਂ ਜਿਹੜੇ ਸਾਰੇ ਕੁਝ ਕੀਤੇ ਹੁਣ ਇਹਦੇ ਤੇ ਆ ਕੇ ਫੇਰ ਮਾਰ ਖਾਣਗੇ ਅਮਰਿੰਦਰ ਸਿੰਘ ਕਹੂਗਾ ਫਿਰ ਜੇ ਮੇਰੀਆਂ ਪ੍ਰਾਪਤੀਆਂ ਸੀ ਤਾਂ ਫਿਰ ਇਹ ਤਾਂ ਪ੍ਰਾਪਤੀਆਂ ਮੇਰੀਆਂ ਹੁਣ ਉਹ ਜਿਹੜੀਆਂ ਅਸਫਲਤਾਵਾਂ ਉਹ ਅਮਰਿੰਦਰ ਦੇ ਖਾਤੇ 'ਚ ਪਾਉਣਗੇ ਪ੍ਰਾਪਤੀਆਂ ਸਾਰੀਆਂ ਰਾਹੁਲ ਸਾਹਿਬ ਆਪਦੇ ਖਾਤੇ 'ਚ ਪਾਉਣਗੇ ਤੇ ਕੁਝ ਪਾ ਦੇਣਗੇ ਨਵਜੋਤ ਸਿੰਘ ਸਿੱਧੂ ਦੇ ਜਿਵੇਂ ਸਿੱਧੂ ਸਾਹਿਬ ਨੇ ਕਹਿਤਾ ਮੇਰਾ ਅਸਤੀਫਾ ਦੇਣਾ ਠੀਕ ਸੀ ਨਾ ਇਹ ਵੀ ਤਾਂ ਉਹਨਾਂ ਦੀ ਪ੍ਰਾਪਤੀ ਹੈ ਨਾ ਔਰ ਜਿਹੜੇ ਚੰਨੀ ਸਾਹਿਬ ਆ ਫਿਰ ਉਹ ਤਾਂ ਫਿਰ ਘਰ ਘਰ ਚੱਲਦੀ ਇੱਕੋ ਗੱਲ ਚੰਨੀ ਕਰਦੇ ਮਸਲੇ ਹੱਲ ਉਹ ਕਹਿਣਗੇ ਜੀ ਮਸਲੇ ਹੱਲ ਕਰਦੇ ਆ ਮੈਨੂੰ ਗੁੱਲੀ ਡੰਡਾ ਵੀ ਖੇਡਣਾ ਆਉਂਦਾ ਹੁਣ ਇਹ ਸਾਰੇ ਰੋਲਰ ਵੀ ਚਲਾਉਣਾ ਆਉਂਦਾ ਇਹ ਸਾਰੀਆਂ ਗੱਲਾਂ ਵੀ ਮੇਰਾ ਖਿਆਲ ਵੀ ਹੁਣ ਆਪਣੇ ਰਾਹੁਲ ਗਾਂਧੀ ਨੂੰ ਦੱਸਣੀਆਂ ਪੈਣਗੀਆਂ ਵੈਸੇ ਆਮ ਤੌਰ ਤੇ ਪੁਰਾਣੇ ਕਾਂਗਰਸੀ ਗੱਲ ਕਰਦੇ ਹੁੰਦੇ ਵੀ ਜਿੱਥੇ ਜਾ ਕੇ ਚੋਣ ਮੁਹਿੰਮ ਦੀ ਸ਼ੁਰੂਆਤ ਰਾਹੁਲ ਗਾਂਧੀ ਕਰੇ ਤਾਂ ਤਜਰਬਾ ਤਾਂ ਕੁਝ ਹੋਰ ਹੀ ਦੱਸਦਾ ਚਲੋ ਆਪਾਂ ਕਾਹਨੂੰ ਮਾੜੇ ਸ਼ਬਦ ਕਹਿਣੇ ਦੇਖਦੇ ਹਾਂ ਜੀ ਸੋ ਬਹੁਤ ਬਹੁਤ ਸ਼ੁਕਰੀਆ ਢਿੱਲੋਂ ਸਾਹਿਬ ਤੁਹਾਡਾ ਮਿਹਰਬਾਨੀ ਜੀ ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਸੀਂ ਇਸ ਵਕਤ ਰੇਡੀਓ ਪੰਜਾਬ ਟੂਡੇ ਦੇ ਨਾਲ ਜੁੜੇ ਹੋਏ ਸੀਗੇ ਸੋ ਮੇਰੀ ਗੁਜ਼ਾਰਿਸ਼ ਸਾਰਿਆਂ ਨੂੰ ਕਿ ਰੇਡੀਓ ਪੰਜਾਬ ਟੂਡੇ ਦੇ ਫੇਸਬੁੱਕ ਪੇਜ ਅਤੇ YouTube ਚੈਨਲ ਦੇ ਨਾਲ ਮੇਰਾ ਜਿਹੜਾ ਪੇਜ ਹੈ ਪਰਸਨਲ ਸਵਰਨ ਸਿੰਘ ਦਾਨੇ ਵਾਲੀ ਦਾ ਉਹਨੂੰ ਵੀ ਵੱਧ ਤੋਂ ਵੱਧ ਲਾਈਕ ਅਤੇ ਸਬਸਕ੍ਰਾਈਬ ਕਰੋ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ